ਅਗਮ ਅਥਾਹੋ ਹੈ। ਵਾਹੁ ਵਾਹੁ ਸੱਚਾ ਸੋਇ। ਸੱਜਣ ਸੱਚਾ ਪਾਤਿਸਾਹੁ। ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੁ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਉਤਮ ਅਗਮ ਅਗੋਚਰ। ਚਰਨ ਕਮਲ ਨਮਸਕਾਰ। ਕਥਨੀ ਸਾ ਤੁਤ ਭਾਵਸੀ। ਨਾਨਕ ਨਾਮ ਆਧਾਰ। ਉਤਮ ਅਗਮ ਅਗੋਚਰ। ਚਰਨ ਕਮਲ ਨਮਸਕਾਰ। ਕਥਨੀ ਸਾ ਤੁਧ ਭਾਵਸੀ। ਨਾਨਕ ਨਾਮ ਆਧਾਰ। ਸੰਤ ਸਰਣ ਸਾਜਨ ਪਰਹੁ। ਸੁਆਮੀ ਸਿਮਰ ਅਨੰਤ। ਸੂਕੇ ਤੇ ਹਰਿਆ ਥੀਆ। ਨਾਨਕ ਜਪ ਭਗਵੰਤ। ਸ਼ੰਤ ਰੁੱਤ ਸਰਸ ਬਸੰਤ ਮਾਹਾ। ਚੇਤ ਵੈ ਸਾਖ ਸੁਖ ਮਾਸ ਜੀਓ। ਹਰਿ ਜੀਓ ਨਾਹੋ ਮਿਲਿਆ। ਮੌਲਿਆ ਮਨ ਤਨ ਸਾਸ ਜੀਓ। ਘਰ ਨਾਹੋ ਨੇਚਲ ਆਨੰਦ ਸਗੀਏ। ਚਰਨ ਕਮਲ ਪਰ ਭੁਲਿਆ। ਸੁੰਦਰ ਸੁਗੜ ਸੁਜਾਨ ਬੇਤਾ। ਗੁਣ ਗੋਵਿੰਦ ਅਮੁਲਿਆ। ਵਡ ਭਾਗ ਪਾਇਆ ਦੁਖ ਗਵਾਇਆ। ਭਈ ਪੂਰਨ ਆਸ ਜਿਉ। ਬਿਨਵੰਤ ਨਾਨਕ ਸਰਣ ਤੇਰੀ। ਮਿਟੀ ਜਮ ਕੀ ਤਰਾਸ ਜਿਉ। ਵਡ ਭਾਗ ਪਾਇਆ ਦੁਖ ਗਵਾਇਆ। ਭਈ ਪੂਰਨ ਆਸ ਜੀਓ। ਬਿਨਵੰਤ ਨਾਨਕ ਸਰਣ ਤੇਰੀ। ਮਿਟੀ ਜਮ ਕੀ ਤਰਾਸ ਜੀਓ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ। ਸਰਬ ਕਲਾ ਭਰਪੂਰ। ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰੰਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਰਮ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪਣੇ ਅੰਮ੍ਰਿਤਮਈ ਦੀਦਾਰ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਲੜੀਵਾਰ ਰੂਪ ਦੇ ਵਿੱਚ ਸਤਿਗੁਰੂ ਗਰੀਬ ਨਵਾਜ
ਰੁੱਤੀ ਨਾਮ ਦੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਬਾਣੀ ਦਾ ਸਿਰਲੇਖ ਹੈ ਰੁੱਤੀ, ਔਰ ਇਹ ਪਵਿੱਤਰ ਬਾਣੀ 927 ਅੰਗ ਤੋਂ ਆਰੰਭ ਹੁੰਦੀ ਹੈ ਅਤੇ 929 ਅੰਗ ਤੇ ਸੰਪੂਰਨ ਹੁੰਦੀ ਹੈ। ਇਸ ਪਵਿੱਤਰ ਬਾਣੀ ਦੇ ਆਰੰਭ ਵਾਲੇ 2 ਸ਼ਲੋਕ ਅਤੇ ਇੱਕ ਛੰਤ ਜਿਸ ਦੀ ਵਿਚਾਰ ਕੱਲ ਹੋ ਚੁੱਕੀ ਹੈ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਦੇ ਨਾਲ, ਔਰ ਇਹ ਬਾਣੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਆਰੰਭ ਵਿੱਚ 2 ਸ਼ਲੋਕ ਤੇ ਇੱਕ ਛੰਤ ਜੋ ਉਚਾਰਨ ਕੀਤਾ ਹੈ, ਮੰਗਲ ਰੂਪ ਦੇ ਵਿੱਚ ਉਚਾਰਨ ਕੀਤਾ ਹੈ। ਔਰ ਇਸ ਵਿੱਚ ਮਹਾਰਾਜ ਸਾਹਿਬ ਜੀ ਨੇ ਦੱਸਿਆ, ਜਸ ਗਾਵੋ ਵਡਭਾਗੀ ਹੋ, ਕਰ ਕਿਰਪਾ ਭਗਵੰਤ ਜੀਓ, ਰੁੱਤੀ ਮਾਹ ਮੂਰਤ ਘੜੀ, ਗੁਣ ਉਚਰਤ ਸੋਭਾਵੰਤ ਜੀਓ। ਸਾਰੀਆਂ ਰੁੱਤਾਂ, ਸਾਰੇ ਮਹੀਨੇ, ਮੂਰਤ 2 ਘੜੀਆਂ ਦਾ ਨਾਮ ਹੁੰਦਾ ਹੈ, ਘੜੀ 24 ਮਿੰਟ ਦਾ ਸਮਾਂ ਹੁੰਦਾ ਹੈ ਕਿ ਵਾਹਿਗੁਰੂ ਪਰਮੇਸ਼ਰ ਦੇ ਗੁਣ ਉਚਾਰਦਿਆਂ ਹੋਇਆਂ ਹੀ ਇਹ ਸਾਰੇ ਸਮੇਂ ਸੋਭਾ ਵਾਲੇ ਬਣਦੇ ਆ। ਸਾਰੇ ਸਮੇਂ ਤਾਂ ਹੀ ਸਫਲੇ ਹੁੰਦੇ ਆ ਜੇ ਉਸ ਸਮੇਂ ਦੇ ਮਾਲਕ ਦੇ ਜਸ ਨੂੰ ਗਾਈਏ, ਜਿਸ ਨੇ ਸਾਰੀ ਰਚਨਾ ਕੀਤੀ ਹੈ, ਜਿਸ ਨੇ ਦਿਨ ਬਣਾਇਆ, ਜਿਸ ਨੇ ਰਾਤ ਬਣਾਈ ਹੈ, ਜਿਸ ਨੇ ਰੁੱਤਾਂ ਬਣਾਈਆਂ 6, ਜਿਸ ਨੇ ਮਹੀਨੇ ਬਣਾਏ ਹਨ। ਇਹ ਸਾਰੀ ਰਚਨਾ ਹੈ ਤਾਂ ਵਾਹਿਗੁਰੂ ਦੀ ਹੈ ਨਾ, ਉਹਦੀ ਰਚਨਾ ਦੇ ਵਿੱਚ, ਉਹਦੀ ਕੁਦਰਤ ਦੇ ਵਿੱਚ ਹੀ ਸਾਰਾ ਕੁਝ ਬਣਿਆ ਹੈ। ਜਪਜੀ ਸਾਹਿਬ 'ਚ ਇੱਕ ਪੌੜੀ ਆਪਾਂ ਪੜ੍ਹਦੇ ਹਾਂ, ਉਹਦੇ 'ਚ ਮਹਾਰਾਜ ਕਹਿੰਦੇ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਹੁਣ ਇਹ ਕਿਹਨੇ ਬਣਾਇਆ ਹੈ? ਰਾਤਾਂ ਕਿਸ ਨੇ ਬਣਾਈਆਂ? ਦਿਨ ਕਿਸ ਨੇ ਬਣਾਇਆ ਹੈ? ਕਰਤਾ ਪੁਰਖ ਨੇ ਬਣਾਇਆ, ਉਹਦੀ ਰਚਨਾ ਨਾ ਸਾਰੀ। ਵਾਹਿਗੁਰੂ ਨੇ ਦਿਨ ਬਣਾਇਆ। ਰਹਿਰਾਸ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਜਿਨ ਦਿਨ ਕਰਕੇ ਕੀਤੀ ਰਾਤ। ਦਿਨ ਵੀ ਉਹਨੇ ਕੀਤਾ ਹੈ ਤੇ ਰਾਤ ਵੀ ਉਹਨੇ ਕੀਤੀ। ਕੈਸਾ ਉਹ ਸਿਰਜਣਹਾਰ ਹੈ, ਕੈਸਾ ਕਾਰੀਗਰ ਹੈ, ਕੈਸਾ ਬਣਾਉਣਹਾਰਾ। ਉਹਨੇ ਕਿਵੇਂ ਸੋਚਿਆ ਵੀ ਦਿਨ ਬਣਾਈਏ, ਦਿਨ ਤੇ ਪਿੱਛੇ ਰਾਤ ਬਣਾਈਏ, 4 ਪਹਿਰ ਦਾ ਦਿਨ ਬਣਾਈਏ, 4 ਪਹਿਰ ਦੀ ਰਾਤ ਬਣਾਈਏ, ਫਿਰ ਰੁੱਤਾਂ ਬਣਾਈਏ 6। ਇਹ ਮੌਸਮ ਵੱਖ-ਵੱਖ ਤਰ੍ਹਾਂ ਦਾ, ਕਦੀ ਗਰਮੀ, ਕਦੀ ਸਰਦੀ, ਕਦੀ ਬਸੰਤ, ਕਦੀ ਪਤਝੜ। ਇਹ ਸਾਰੀ ਰਚਨਾ ਵਾਹਿਗੁਰੂ ਪਰਮੇਸ਼ਰ ਦੀ ਹੈ। ਸੂਰਜ ਉਹਨੇ ਬਣਾਇਆ, ਸੂਰਜ ਦੇ ਦੁਆਰਾ ਬਾਕੀ ਸਾਰਾ ਇਹ ਸਾਲ ਦਾ ਸਮਾਂ ਚੱਲਦਾ। ਸੰਨ ਸੰਮਤ ਬਣੇ ਹਨ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਇਹ ਕਰਤੇ ਕੇ ਵੇਸ ਹੀ ਆ ਸਾਰੇ। ਜਿੰਨੀਆਂ ਰੁੱਤਾਂ, ਜਿੰਨਾ ਮੌਸਮ, ਜੋ ਵਾਤਾਵਰਨ, ਇਹ ਕਰਤੇ ਕੇ ਵੇਸ ਹੀ ਆ ਨਾ। ਕਰਤੇ ਨੇ ਬਣਾਇਆ ਸਾਰਾ ਕੁਝ। ਇਹ ਕਿਰਤ ਕਰਤੇ ਦੀ ਹੈ। ਔਰ ਇਹਨਾਂ ਸਾਰੇ ਇਸ ਰਚਨਾ ਦੇ ਦੁਆਰਾ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕਰਕੇ ਉਸ ਕਰਤੇ ਨਾਲ ਜੁੜਨ ਦੀ ਗੱਲ ਕੀਤੀ ਹੈ। ਭਾਵੇਂ ਮਹੀਨਿਆਂ ਦੀ ਗੱਲ ਕੀਤੀ ਹੈ, ਭਾਵੇਂ 7 ਵਾਰਾਂ ਦੀ ਗੱਲ ਕੀਤੀ ਹੈ, ਭਾਵੇਂ ਦਿਨ ਰਾਤ ਦੀ ਗੱਲ ਕੀਤੀ ਹੈ, ਭਾਵੇਂ ਪਹਿਰਿਆਂ ਦੀ ਗੱਲ ਕੀਤੀ ਹੈ। ਗੁਰਬਾਣੀ ਅੰਦਰ 4 ਪਹਿਰਾਂ ਦਾ ਜ਼ਿਕਰ ਕਰਦਿਆਂ ਵੀ ਉਪਦੇਸ਼ ਬਖਸ਼ਿਆ। ਜਿਵੇਂ ਬਾਬਾ ਫਰੀਦ ਸਾਹਿਬ ਜੀ ਵੀ ਕਹਿੰਦੇ ਆ, ਫਰੀਦਾ 4 ਗਵਾਇਆ ਹੰਡ ਕੈ, 4 ਗਵਾਇਆ ਸਮ। 4 ਪਹਿਰ ਦਿਨ ਦੇ, 4 ਰਾਤ ਦੇ।
ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ। ਚਾਰ ਪਹਿਰ ਦਿਨ ਦਾ ਜਿਹੜਾ ਸਮਾਂ ਸੀ ਉਹ ਕੰਮਾਂ ਧੰਦਿਆਂ ਵਿੱਚ ਹੰਢਾ ਦਿੱਤਾ, ਗਵਾ ਦਿੱਤਾ। ਤੇ ਚਾਰ ਪਹਿਰ ਰਾਤ ਦਾ ਸਮਾਂ ਸੀ ਉਹ ਸੌਂ ਕੇ ਗਵਾ ਦਿੱਤਾ। ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਹੜੇ ਕੰਮ। ਕਹਿਣ ਤੋਂ ਭਾਵ ਇਹ ਕਿ ਇਹਨਾਂ ਪਹਿਰਾਂ ਦਾ ਵੀ ਜ਼ਿਕਰ ਗੁਰਬਾਣੀ ਅੰਦਰ ਕੀਤਾ ਮਹਾਰਾਜ। ਇੱਕ ਛਿਨ ਤੋਂ ਲੈ ਕਰਕੇ ਜੁਗਾਂ ਤੱਕ ਦਾ ਜ਼ਿਕਰ ਕੀਤਾ ਗੁਰਬਾਣੀ ਅੰਦਰ। ਅੱਖ ਝਮਕਣ ਜਿੰਨੇ ਸਮੇਂ ਤੋਂ ਲੈ ਕਰਕੇ ਵਿਸੋਏ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਆ। ਇਹ ਪਿਛਲਾ ਸਮਾਂ ਸੀ ਜਿਸ ਵੇਲੇ ਸਮੇਂ ਨੂੰ ਇਸ ਤਰ੍ਹਾਂ ਗਿਣਤੀ ਮਿਣਤੀ ਕੀਤੀ ਜਾਂਦੀ ਸੀ, ਵਿਸਵਿਆਂ ਕਰਕੇ, ਚਸਿਆਂ ਕਰਕੇ, ਘੜੀਆਂ ਕਰਕੇ, ਫਿਰ ਥਿੱਤਾਂ ਕਰਕੇ, ਵਾਰਾਂ ਕਰਕੇ। 7 ਵਾਰ ਸਮੇਂ ਨੂੰ ਮਾਪਣ ਵਾਸਤੇ ਹੀ 15 ਥਿੱਤਾਂ 15 ਥਿੱਤੀ ਤੈ 7 ਵਾਰ ਮਾਹਾ ਰੁੱਤੀ ਆਵਹਿ ਵਾਰ ਵਾਰ। ਵਾਰ ਵਾਰ ਉਹ ਸਮਾਂ ਉਹੀ ਆਉਂਦਾ, ਸਾਲ ਬਦਲਦੇ ਆ, ਸਮਾਂ ਉਹੀ ਵਾਰ ਵਾਰ ਆਉਂਦਾ ਹੈ। ਦਿਨ ਹੈ, ਦਿਨ ਪਿਛੇ ਰਾਤ ਹੈ, ਫੇਰ ਅੱਗੇ ਦਿਨ ਹੈ। ਸਮਾਂ ਵਾਰ ਵਾਰ ਉਹੀ, ਰੁੱਤਾਂ ਵਾਰ ਵਾਰ ਉਹੀ, ਬਦਲ ਬਦਲ ਕੇ ਸਾਲ ਬਾਅਦ ਉਹੀ ਰੁੱਤ ਆਉਂਦੀ ਹੈ। ਜੇ ਹੁਣ ਬਸੰਤ ਦੀ ਰੁੱਤ ਚੱਲ ਰਹੀ ਹੈ ਤੇ ਆਉਂਦੇ ਅੱਜ ਕੱਲ੍ਹ ਨੂੰ ਫੇਰ ਇਹੀ ਹੋਣੀ ਹੈ ਰੁੱਤ। ਸਾਲ ਬਾਅਦ ਉਹੀ ਮਹੀਨਾ ਫੇਰ ਆਉਂਦਾ ਹੈ, 12 ਮਹੀਨੇ ਆ। ਤਾਂ ਇਹ ਸਤਿਗੁਰੂ ਸਾਹਿਬ ਜੀ ਨੇ ਇਹ ਕੁਦਰਤ ਦਾ ਜ਼ਿਕਰ ਕਰਦਿਆਂ, ਇਹ ਸਮੇਂ ਦਾ ਜ਼ਿਕਰ ਕਰਦਿਆਂ, ਕਾਲ ਦਾ ਜ਼ਿਕਰ ਕਰਦਿਆਂ ਉਸ ਅਕਾਲ ਪੁਰਖ ਨਾਲ ਜੁੜਨ ਦਾ ਉਪਦੇਸ਼ ਦਿੱਤਾ, ਜਿਸ ਨੇ ਇਹ ਸਮੇਂ ਨੂੰ ਬਣਾਇਆ ਹੈ ਤੇ ਜਿਹੜਾ ਸਮੇਂ ਤੋਂ ਪਰੇ ਹੈ। ਕਾਲ ਉਹਨੇ ਬਣਾਇਆ ਹੈ ਪਰ ਉਹ ਆਪ ਅਕਾਲ ਮੂਰਤ ਹੈ। ਸਮਾਂ ਉਹਦੇ ਅਧੀਨ ਹੈ, ਆਪ ਸਮੇਂ ਤੋਂ ਪਰੇ ਹੈ। ਸਦੀਆਂ ਦਾ, ਯੁੱਗਾਂ ਦਾ ਜ਼ਿਕਰ ਕਰਦਿਆਂ, ਕਲਪਾਂ ਦਾ ਜ਼ਿਕਰ ਕਰਦਿਆਂ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ। ਤੇ ਜਦੋਂ ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਤੇ ਗੁਰੂ ਕੀ ਬਾਣੀ ਅੰਦਰ 12 ਮਾਹਾਂ ਦੀ ਬਾਣੀ ਵੀ ਹੈ। 12 ਮਾਹ ਦਾ ਭਾਵ ਹੈ 12 ਮਹੀਨੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਅੰਦਰ 12 ਮਹੀਨਿਆਂ ਦੁਆਰਾ ਉਪਦੇਸ਼ ਬਖਸ਼ਿਆ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਮਾਝ ਰਾਗ ਦੇ ਅੰਦਰ 12 ਮਹੀਨਿਆਂ ਦਾ ਉਪਦੇਸ਼ ਬਖਸ਼ਿਸ਼ ਕੀਤਾ। 12 ਮਹੀਨਿਆਂ ਦਾ ਉਪਦੇਸ਼ ਦਿੰਦਿਆਂ ਉਸ ਵਾਹਿਗੁਰੂ ਦੇ ਨਾਲ ਜੁੜਨ ਦੀ ਸਿੱਖਿਆ ਦਿੱਤੀ। 7 ਵਾਰਾਂ ਦਾ ਜ਼ਿਕਰ ਕੀਤਾ ਗੁਰਬਾਣੀ ਦੇ ਅੰਦਰ। ਐਤਵਾਰ ਤੋਂ ਲੈ ਕੇ ਸੋਮਵਾਰ ਤੱਕ ਮਹਾਰਾਜ ਨੇ ਪਹਿਲਾ ਵਾਰ ਆਦਿਤਵਾਰ, ਐਤਵਾਰ ਤੋਂ ਆਰੰਭ ਕੀਤੀ ਗੱਲ, ਉਪਦੇਸ਼ ਦਿੱਤਾ ਹੈ। ਇਸੇ ਤਰ੍ਹਾਂ ਗਰੀਬ ਨਵਾਜ ਸਾਹਿਬ ਜੀ ਨੇ 15 ਥਿੱਤਾਂ ਦਾ ਵੀ ਜ਼ਿਕਰ ਕਰਦਿਆਂ ਹੋਇਆ ਉਪਦੇਸ਼ ਬਖਸ਼ਿਸ਼ ਕੀਤਾ। 15 ਥਿੱਤਾਂ, ਜਿਹੜਾ ਚੰਦਰਮਾ ਦੇ ਲਿਹਾਜ਼ ਦੇ ਨਾਲ ਚਾਨਣਾ ਪੱਖ ਤੇ ਹਨੇਰਾ ਪੱਖ ਹੈ, ਉਹ 15 ਥਿੱਤਾਂ। ਰਾਤੀ ਰੁੱਤੀ ਥਿੱਤੀ ਵਾਰ, ਜਿਹਨੂੰ ਸੁਧੀ ਤੇ ਵਧੀ ਕਿਹਾ ਜਾਂਦਾ ਹੈ। ਜਿਵੇਂ ਚੰਦਰਮਾ ਵੱਧਦਾ ਘਟਦਾ ਹੈ ਉਸ ਤਰੀਕੇ ਦੇ ਨਾਲ ਕਰਤਾਰ ਦੀ ਰਚਨਾ। ਉਹਨਾਂ ਦੁਆਰਾ ਵੀ ਉਪਦੇਸ਼ ਗੁਰਬਾਣੀ ਅੰਦਰ ਬਖਸ਼ਿਆ। ਜਦੋਂ ਸੁਖਮਨੀ ਸਾਹਿਬ ਦੀ ਸਮਾਪਤੀ ਹੁੰਦੀ ਹੈ ਤੇ ਅਗਲੀ ਬਾਣੀ ਦਾ ਨਾਮ ਹੈ ਥਿੱਤੀ। ਥਿੱਤੀ ਗੌੜੀ ਮਹੱਲਾ ਪੰਜਵਾ। ਕਈ ਵਾਰੀ ਸਿੱਧਾ ਕਹਿ ਦਿੰਦੇ ਆ ਵੀ ਥਿੱਤੀ ਗੌੜੀ, ਉਂਝ ਥਿੱਤੀ ਗੌੜੀ ਨਹੀਂ ਹੈ। ਥਿੱਤੀ ਤੇ ਥੋੜਾ ਜਿਹਾ ਠਹਿਰਾਓ ਦੇਣਾ ਪਵੇਗਾ। ਥਿੱਤੀ ਬਾਣੀ ਦਾ ਨਾਮ ਹੈ, ਫਿਰ ਗੌੜੀ ਮਹੱਲਾ ਪੰਜਵਾ, ਗੌੜੀ ਰਾਗ ਦਾ ਨਾਮ। ਸਿੱਧਾ ਕਹਿ ਦੇਣਾ ਥਿੱਤੀ ਗੌੜੀ, ਥਿੱਤੀ ਤੇ ਠਹਿਰਾਓ ਦੇ ਕੇ ਥਿੱਤੀ ਗੌੜੀ ਮਹੱਲਾ ਪੰਜਵਾ। ਥਿੱਤੀ ਬਾਣੀ ਹੈ, ਥਿੱਤੀ ਸਰਲੇਖ ਹੈ। ਤਾਂ 15 ਥਿੱਤਾਂ ਦੁਆਰਾ ਉਪਦੇਸ਼ ਬਖਸ਼ਿਆ। ਭਗਤ ਕਬੀਰ ਸਾਹਿਬ ਜੀ ਨੇ ਵੀ ਬਖਸ਼ਿਸ਼ ਕੀਤਾ। ਇਸੇ ਤਰ੍ਹਾਂ ਸਾਧ ਸੰਗਤ ਜੀ ਰੁੱਤੀ, ਜਿਹੜੀ ਇਹ ਬਾਣੀ ਚੱਲ ਰਹੀ ਹੈ, ਇਸ ਬਾਣੀ ਦਾ ਨਾਮ ਹੈ ਰੁੱਤੀ। ਰਾਮਕਲੀ ਰਾਗ ਅੰਦਰ 5ਵੇਂ ਪਾਤਸ਼ਾਹ ਦੀ ਬਾਣੀ। 6 ਰੁੱਤਾਂ ਹਨ। ਪਹਿਲੀ ਰੁੱਤ ਬਸੰਤ ਦੀ ਆ। ਜਿਹੜਾ ਸਾਲ ਦਾ ਪਹਿਲਾ ਮਹੀਨਾ ਹੈ ਬਸੰਤ ਰੁੱਤ ਵਿੱਚ ਆਉਂਦਾ ਹੈ। ਹੁਣ ਰੁੱਤ ਜਿਹੜੀ ਚੱਲ ਰਹੀ ਹੈ ਬਸੰਤ ਦੀ ਰੁੱਤ ਹੈ।
ਤੇ ਗੁਰੂ ਘਰ ਵਿੱਚ ਗੁਰੂ ਘਰ ਦੇ ਕੀਰਤਨੀਏ ਬਸੰਤ ਦੀ ਵਾਰ ਪੜ੍ਹਦੇ ਹਨ ਸਮਾਪਤੀ ਤੇ। ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ, ਕਰਮ ਲਿਖੰਤੈ ਪਾਈਐ ਇਹ ਰੁੱਤ ਸੁਹਾਈ, ਵਣ ਤ੍ਰਿਣ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖੀ ਉਪਜੈ ਲੱਥੀ ਸਭ ਛਾਈ, ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਤਾਈ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦਈਓ ਖੜੋਆ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਿਰੋਆ, ਦਿਨ ਰੈਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਕਿੱਥੋਂ ਉਪਜੈ ਕਹਿ ਰਹਿ ਕਹਿ ਮਾਏ ਸਮਾਵੈ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ, ਕਹਿਣ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੈ, ਅਗਮਿਆ ਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੈ, ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੈ। ਇਹ ਬਸੰਤ ਕੀ ਵਾਰ, ਬਸੰਤ ਕੀ ਵਾਰ ਮਹੱਲ ਪੰਜਵਾ, ਪੰਜਵੇਂ ਪਾਤਸ਼ਾਹ ਜੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਮਾਘੀ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਰਾਤ ਦੇ ਮੌਕੇ ਤੇ ਅਰਦਾਸ ਬੇਨਤੀ ਕਰਕੇ ਬਸੰਤ ਰਾਗ ਗਾਇਨ ਕਰਨਾ ਆਰੰਭ ਕੀਤਾ ਜਾਂਦਾ। ਜਾਂ ਉਹ ਹੋਲਾ ਮਹੱਲਾ ਆ ਰਿਹਾ, ਹੋਲੇ ਮਹੱਲੇ ਤੇ ਸਮਾਪਤੀ ਕੀਤੀ ਜਾਂਦੀ ਹੈ। ਇਸ ਰੁੱਤ ਦੇ ਵਿੱਚ ਬਸੰਤ ਰਾਗ ਗਾਇਆ ਜਾਂਦਾ ਔਰ ਇਹਦੇ ਵਿੱਚ ਜਿੱਥੇ ਮਹਾਰਾਜ ਨੇ ਆਖਿਆ ਵੀ ਹਰਿ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ, ਬਾਹਰ ਜਿਹੜੀ ਬਨਸਪਤੀ ਆ ਉਹ ਪਿਛਲੀ ਜਿਹੜੀ ਰੁੱਤ ਲੰਘੀ ਆ ਉਹਦੇ ਵਿੱਚ ਉਹਦੇ ਪੱਤੇ ਡਿੱਗੇ, ਪੱਤ ਝੜ ਸੀ, ਉਹ ਸੁੱਕ ਗਈ ਸਾਰੀ ਬਨਸਪਤੀ। ਹੁਣ ਜਿਹੜੀ ਰੁੱਤ ਵਾ ਇਹਦੇ ਵਿੱਚ ਐ ਫੁੱਲ ਖਿੜਨਦਾ ਆ, ਨਵੀਆਂ ਕੁਰੰਬਲੀਆਂ ਨਿਕਲ ਰਹੀਆਂ, ਹਰੇ ਭਰੇ ਹੋ ਰਹੇ ਆ ਦਰਖਤ। ਆ ਸਰੋਆਂ ਕਿੰਨੀਆਂ ਫੁੱਲੀਆਂ ਪਈਆਂ, ਖੇਤਾਂ ਦੇ ਖੇਤ ਐ ਸਰੋਂ ਦੇ ਫੁੱਲ ਨਿਕਲੇ ਪਏ ਪੀਲੇ ਪੀਲੇ ਰੰਗ ਦੇ, ਬਸੰਤ ਖਿੜੀ ਹੋਈ ਹੈ। ਤੇ ਮਹਾਰਾਜ ਕਹਿੰਦੇ ਵੇਖ ਬਾਹਰ ਬਨਸਪਤੀ ਸਾਰੀ ਖਿੜ ਰਹੀ ਹੈ, ਨਵੀਂ ਇਹ ਬਹਾਰ ਆ ਰਹੀ ਹੈ, ਨਵੀਨਤਾ ਆ ਰਹੀ ਸਾਰੀ ਰਚਨਾ ਦੇ ਵਿੱਚ। ਤੇ ਬੰਦਿਆ ਤੂੰ ਨਾਮ ਜਪ ਤੇ ਨਾਮ ਨੂੰ ਧਿਆ ਕੇ ਤੂੰ ਵੀ ਹਰਿਆ ਰਹਿ, ਤੂੰ ਕਿਤੇ ਸੁੱਕਾ ਹੀ ਨਾ ਰਹਿ ਜਾਏ। ਹਰਿ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ, ਸਾਰੀ ਬਨਸਪਤੀ ਹਰੀ ਭਰੀ ਹੋ ਰਹੀ ਬਸੰਤ ਰੁੱਤ ਦੇ ਵਿੱਚ ਤੇ ਤੂੰ ਵੀ ਹਰਿਆ ਹੋ ਨਾ। ਤਾਂ ਇਹ ਨਵਾਂ ਸਾਲ ਆਰੰਭ ਹੋ ਰਿਹਾ ਗੁਰਬਾਣੀ ਦੇ ਮੁਤਾਬਕ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਨਵਾਂ ਸਾਲ ਚੇਤ ਮਹੀਨੇ ਤੋਂ ਆਰੰਭ ਹੁੰਦਾ। ਸਾਧ ਸੰਗਤ, ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਜੋ ਉਪਦੇਸ਼ ਬਖਸ਼ਿਆ ਬਾਣੀ ਦੇ ਅੰਦਰ, ਪਹਿਲਾ ਮਹੀਨਾ ਚੇਤ ਦਾ ਹੈ। ਪੰਜਵੇਂ ਪਾਤਸ਼ਾਹ ਨੇ ਮਾਝ ਰਾਗ ਅੰਦਰ 12ਵਾਂ ਉਚਾਰੇ ਤੇ ਪਹਿਲਾ ਮਹੀਨਾ ਚੇਤ ਦਾ ਹੈ। ਜੇ ਬਾਹਰ ਰਚਨਾ ਵਿੱਚ ਨਿਗਾਹ ਮਾਰੋ ਤੇ ਨਵੀਨਤਾ ਹਰੇਕ ਦਰਖਤ ਦੇ ਉੱਤੇ ਆ ਰਹੀ ਹੈ, ਹਰੇਕ ਦੇ ਨਵੇਂ ਨਵੇਂ ਪੱਤੇ ਖਿੜ ਰਹੇ ਆ, ਨਵੀਆਂ ਨਵੀਆਂ ਕੁਰੰਬਲੀਆਂ ਨਿਕਲ ਰਹੀਆਂ, ਬਾਹਰੋਂ ਵੀ ਪਤਾ ਲੱਗਦਾ ਵੀ ਨਵਾਂ ਸਾਲ ਚੜ ਰਿਹਾ, ਨਵਾਂ ਸਾਲ। ਤੇ ਜਦੋਂ ਸਿਆਲ ਦੇ ਚ ਨਵਾਂ ਸਾਲ ਮਨਾਇਆ ਜਾਂਦਾ ਉਦੋਂ ਤੇ ਕੋਈ ਨਹੀਂ ਪੱਤੇ ਨਿਕਲਦੇ ਹਨ, ਉਦੋਂ ਤੇ ਸੁੱਕ ਰਹੇ ਹੁੰਦੇ, ਕੁਮਲਾ ਰਹੇ ਹੁੰਦੇ। ਪਰ ਇੱਕ ਸੰਸਾਰ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਉਹ ਰੀਤੀ ਰਿਵਾਜ ਬਣਿਆ ਕਿ ਉਹ ਜਨਵਰੀ ਨੂੰ ਨਵਾਂ ਸਾਲ ਕਹਿੰਦੇ ਹਾਂ ਅਸੀਂ, ਜਨਵਰੀ ਨੂੰ। ਪਰ ਜਿਹੜਾ ਆਪਣਾ ਨਵਾਂ ਸਾਲ ਉਹਨੂੰ ਭੁਲਾਇਆ ਹੀ ਹੋਇਆ, ਉਦੋਂ ਕੋਈ ਵਧਾਈਆਂ ਵੀ ਨਹੀਂ ਦਿੰਦਾ ਹੈ। ਆ ਪਰਸੋਂ ਨੂੰ ਨਵਾਂ ਸਾਲ ਚੜ੍ਹਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ, ਤੇ ਸਾਨੂੰ ਇਹਦੇ ਵਾਸਤੇ ਵੀ ਵਧਾਈਆਂ ਦੇਣੀਆਂ ਚਾਹੀਦੀਆਂ। ਇਹਦੇ ਵਾਸਤੇ ਵੀ ਆਪੋ ਆਪਣੇ ਘਰਾਂ ਵਿੱਚ, ਆਪੋ ਆਪਣੇ ਪਿੰਡਾਂ ਦੇ ਵਿੱਚ ਔਰ ਇਤਿਹਾਸਕ ਸਥਾਨਾਂ ਤੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਚਾਹੀਦੀਆਂ ਵੀ ਹੁਣ ਗੁਰੂ ਕੀ ਬਾਣੀ ਮੁਤਾਬਕ ਨਵਾਂ ਸਾਲ ਚੜ੍ਹ ਰਿਹਾ। ਜਿਨ੍ਹਾਂ ਨੂੰ ਅਸੀਂ ਦੇਸੀ ਮਹੀਨੇ ਕਹਿ ਦਿੰਦੇ ਹਾਂ, ਦੇਸੀ ਇਹਨਾਂ ਨੂੰ ਤਾਂ ਕਿਹਾ ਜਾਂਦਾ ਹੈ ਕਿਉਂਕਿ ਇਸ ਦੇਸ਼ ਦੇ ਵਿੱਚ ਇਹਨਾਂ ਦਾ ਉਚਾਰਨ ਹੋਇਆ। ਕਈ ਵਾਰੀ ਬੰਦੇ ਕਹਿ ਦਿੰਦੇ ਵੀ ਇਹ ਦੇਸੀ ਉਹਨੂੰ ਕਿਹਾ ਜਾਂਦਾ ਜਿਹਨੂੰ ਕੋਈ ਨਹੀਂ ਪੁੱਛਦਾ, ਵੀ ਇਹ ਤਾਂ ਦੇਸੀ ਜਿਹਾ ਜੀ। ਦੇਸੀ ਦਾ ਮਤਲਬ ਹੁੰਦਾ ਆਪਣੇ ਦੇਸ਼ ਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਸ ਦੇਸ਼ ਵਿੱਚ ਪ੍ਰਕਾਸ਼ ਧਾਰਿਆ, ਉਸ ਦੇਸ਼ ਦੀ ਇਹ ਬਾਣੀ ਉੱਥੇ ਉਚਾਰਨ ਕੀਤੀ ਹੈ। ਉਂਝ ਭਾਵੇਂ ਮਹਾਰਾਜ ਦੇ ਸਾਰੇ ਹੀ ਦੇਸ਼ ਵਾ, ਸਾਰਾ ਹੀ ਇਲਾਕਾ ਵਾ, ਪਰ ਬਹੁਤੀ ਬਾਣੀ ਇਸ ਪੰਜਾਬ ਦੀ ਧਰਤੀ ਤੇ ਉਚਾਰਨ ਕੀਤੀ ਗਈ ਹੈ। ਨੌਵਾਂ ਪਾਤਸ਼ਾਹੀਆਂ ਨੇ ਪੰਜਾਬ ਦੀ ਧਰਤੀ ਤੇ ਹੀ ਪ੍ਰਕਾਸ਼ ਧਾਰਿਆ ਹੈ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਬਿਹਾਰ ਦੀ ਧਰਤੀ ਤੇ ਪ੍ਰਕਾਸ਼ ਧਾਰਿਆ ਹੈ। ਉਹਦਾ ਵੀ ਕਾਰਨ ਸੀ, ਪਹਿਲੇ ਪਾਤਸ਼ਾਹ ਉੱਥੇ ਗਏ ਸਨ ਤੇ ਸਾਲਸਰਾਏ ਜੌਹਰੀ ਦੇ ਨਾਲ ਬਚਨ ਹੋਇਆ ਸੀ ਵੀ 10ਵਾਂ ਜਾਮਾ ਇੱਥੇ ਆ ਕੇ ਧਾਰਨ ਕਰਾਂਗੇ। ਬਹੁਤੀ ਬਾਣੀ ਜਿਹੜੀ ਆ ਇੱਥੇ ਮਹਾਰਾਜ ਨੇ ਉਚਾਰਨ ਕੀਤੀ ਗਈ।
ਇਹਨਾਂ ਨੂੰ ਦੇਸੀ ਮਹੀਨੇ ਅਸੀਂ ਤਾਂ ਕਹਿੰਦੇ ਆ ਕਿਉਂਕਿ ਇਸ ਥਾਂ ਤੇ ਇਹ ਮਹੀਨਿਆਂ ਦਾ ਉਚਾਰਨ ਕੀਤਾ ਗਿਆ। ਇੱਥੋਂ ਦੀਆਂ ਰੁੱਤਾਂ ਦੇ ਨਾਲ ਇਹ ਮੇਲ ਰੱਖਦੇ ਹੋਏ ਮਹੀਨੇ ਆ। ਚੇਤ ਬਸੰਤ ਦੀ ਰੁੱਤ ਦਾ ਮਹੀਨਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਰੁੱਤੀ ਬਾਣੀ ਦੁਆਰਾ ਬਖਸ਼ਿਸ਼ ਕਰ ਰਹੇ ਆ। ਆਰੰਭ ਵਾਲੇ 2 ਸ਼ਲੋਕ ਤੇ ਇੱਕ ਸ਼ੰਤ ਜੋ ਮੰਗਲ ਰੂਪ ਸੀ ਉਹਦੀ ਵਿਚਾਰ ਪਿਛੇ ਹੋਈ ਆ। ਔਰ ਇਸ ਬਾਣੀ ਦੇ ਅੰਦਰ 16 ਸ਼ਲੋਕ ਹਨ ਤੇ 8 ਸ਼ੰਤ ਹਨ, ਕਿਉਂਕਿ ਇੱਕ ਇੱਕ ਸ਼ੰਤ ਤੋਂ ਪਹਿਲਾਂ 2-2 ਸ਼ਲੋਕ ਉਚਾਰਨ ਕੀਤੇ ਮਹਾਰਾਜ ਸਾਹਿਬ ਜੀ ਨੇ। ਪਹਿਲਾ ਸ਼ੰਤ ਜਿਹੜਾ ਉਹ ਮੰਗਲ ਰੂਪ, ਉਹਦੇ ਆਰੰਭ ਵਿੱਚ ਵੀ 2 ਸ਼ਲੋਕ ਆ। ਉਹਦੇ ਤੋਂ ਅੱਗੇ ਜੋ ਅੱਜ 2 ਸ਼ਲੋਕ ਉਚਾਰਨ ਕਰ ਰਹੇ ਆ ਤੇ ਨਾਲ ਫਿਰ ਮਹਾਰਾਜ ਸ਼ੰਤ ਉਚਾਰਨ ਕਰਨਗੇ। ਇੱਥੋਂ ਬਸੰਤ ਰੁੱਤ ਦੀ ਆਰੰਭਤਾ ਦਾ ਉਪਦੇਸ਼ ਬਖਸ਼ਿਸ਼ ਕਰਨਗੇ। ਚੇਤ ਤੇ ਵੈਸਾਖ ਮਹੀਨੇ ਦਾ ਜ਼ਿਕਰ ਕਰਦੇ ਆ। ਫਿਰ ਇਹ 6 ਸ਼ੰਤਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ 6 ਰੁੱਤਾਂ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇੱਕ ਸਾਲ ਦੀਆਂ 6 ਰੁੱਤਾਂ, 2-2 ਮਹੀਨੇ ਦੀ ਇੱਕ ਰੁੱਤ। ਤੇ ਗਰੀਬ ਨਵਾਜ ਸਾਹਿਬ ਜੀ ਨੇ ਜੋ ਅਖੀਰਲੇ ਫਿਰ ਅਖੀਰਲਾ 8ਵਾਂ ਸ਼ੰਤ ਉਚਾਰਨ ਕੀਤਾ ਹੈ, ਉਹ ਸਮਾਪਤੀ ਦਾ ਮੰਗਲ ਕੀਤਾ ਹੈ। ਇਸ ਤਰ੍ਹਾਂ ਇਹ 16 ਸ਼ਲੋਕ ਹਨ ਇਸ ਬਾਣੀ ਵਿੱਚ ਤੇ 8 ਸ਼ੰਤ ਹਨ ਸਾਧ ਸੰਗਤ। ਇਸ ਬਾਣੀ ਦਾ ਨਾਮ ਹੈ ਰੁੱਤੀ। ਰੁੱਤਾਂ ਦਾ ਜ਼ਿਕਰ ਕਰਦਿਆਂ ਹੋਏ ਜੋ ਉਪਦੇਸ਼ ਬਖਸ਼ਿਆ ਹੈ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਉਦਮ ਅਗਮ ਅਗੋਚਰੋ। ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਕੈਸਾ ਹੈ, ਉਹਦਾ ਸਰੂਪ ਕਿਹੋ ਜਿਹਾ ਹੈ? ਉਹ ਉਦਮ ਸਰੂਪ ਹੈ। ਪਰਮੇਸ਼ਰ ਆਪ ਹੀ ਉਦਮ ਰੂਪ ਹੈ। ਉਹਦੇ ਨਾਲੋਂ ਵੱਡਾ ਕੋਈ ਉਦਮੀ ਹੈ ਹੀ ਨਹੀਂ। ਉਦਮ ਇੱਕ ਬੜਾ ਵੱਡਾ ਗੁਣ ਹੈ। ਮਹਾਰਾਜ ਸਾਹਿਬ ਕਹਿੰਦੇ ਵੀ ਭਾਈ ਉਦਮ ਕਰਕੇ ਸਤ ਸੰਗਤ ਕਰਿਆ ਕਰ, ਉਦਮ ਕਰਕੇ ਨਾਮ ਜਪਿਆ ਕਰ, ਪੁਰਸ਼ਾਰਥ ਉਦਮ ਕਰ। ਤੇ ਉਹ ਵਾਹਿਗੁਰੂ ਪਰਮੇਸ਼ਰ ਆਪ ਵੀ ਉਦਮੀ ਹੈ। ਉਹ ਸਭ ਤੋਂ ਵੱਡਾ ਉਦਮੀ, ਉਹ ਉਦਮ ਦਾ ਸਰੂਪ ਹੀ ਹੈ। ਉਹਨੇ ਕਿੱਡੀ ਵੱਡੀ ਰਚਨਾ ਬਣਾਈ ਹੈ, ਕਿੱਡਾ ਵੱਡਾ ਉਹਦਾ ਉਦਮ ਹੈ। ਤੇ ਫਿਰ ਉਹਦਾ ਉਦਮ ਕੈਸਾ ਹੈ? ਉਹਨੇ ਸਾਰੀ ਰਚਨਾ ਨੂੰ ਇਹ ਥਾਂ ਪਰ ਥਾਂ ਟਿਕਾਇਆ ਹੋਇਆ ਹੈ। ਕੋਈ ਵੀ ਆਲਸੀ ਨਹੀਂ ਹੁੰਦਾ ਹੈ, ਕਿਉਂਕਿ ਉਹ ਆਪ ਉਦਮੀ ਹੈ ਤੇ ਉਹਦੀ ਸਾਰੀ ਰਚਨਾ ਵੀ ਉਹਦੇ ਉਦਮ ਦੇ ਨਾਲ ਚੱਲਦੀ ਹੈ। ਆ ਸੂਰਜ ਨੂੰ ਵੀ ਉਹਨੇ ਉਦਮ ਬਖਸ਼ਿਆ, ਚੰਦ ਨੂੰ ਵੀ ਉਹਨੇ ਉਦਮ ਬਖਸ਼ਿਆ। ਜਿੰਨੀ ਰਚਨਾ ਰਚੀ ਉਹ ਸਾਰੀ ਵਿੱਚ ਵਾਹਿਗੁਰੂ ਦਾ ਉਦਮ ਕੰਮ ਕਰਦਾ ਨਾ। ਤੇ ਜੇ ਸੂਰਜ ਆਖੇ ਵੀ ਚਲੋ ਅੱਜ ਆਰਾਮ ਕਰ ਲੈਂਦੇ, ਕੀ ਚੜ੍ਹਨਾ ਵਾ, ਅੱਜ ਸੌਂ ਲਈਏ, ਆਲਸ ਕਰ ਲਈਏ, ਅੱਜ ਸੰਸਾਰ ਦੀ ਰਚਨਾ ਦੇ ਵਿੱਚ ਫਰਕ ਪਵੇਗਾ ਨਾ, ਦਿਨ ਹੀ ਨਹੀਂ ਚੜ੍ਹਨਾ। ਪਰ ਇਹ ਉਦਮੀ ਪਰਮੇਸ਼ਰ ਵਾਹਿਗੁਰੂ ਜੀ ਦੀ ਰਚਨਾ ਹੈ, ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਉਹ ਪਰਮੇਸ਼ਰ ਦਾ ਦਿੱਤਾ ਹੋਇਆ ਉਦਮ ਰਚਨਾ ਦੇ ਵਿੱਚ ਕੰਮ ਕਰ ਰਿਹਾ। ਉਹ ਵਾਹਿਗੁਰੂ ਆਪ ਉਦਮ ਦਾ ਸਰੂਪ ਹੈ। ਫਿਰ ਮਹਾਰਾਜ ਕਹਿੰਦੇ ਅਗਮ, ਉਹਦੇ ਤੀਕ ਗਮਤਾ ਨਹੀਂ ਪਹੁੰਚ ਸਕਦੀ। ਅਸ਼ੁੱਧ ਮਨ ਕਰਕੇ, ਅਸ਼ੁੱਧ ਮਨ ਜਿਹੜਾ ਹੈ, ਮੈਲਾ ਮਨ, ਉਹ ਗਮਨ ਨਹੀਂ ਕਰ ਸਕਦਾ ਉਸ ਪਰਮੇਸ਼ਰ ਤੱਕ। ਮਨ ਦੀ ਗਮਤਾ ਨਹੀਂ ਹੈ ਕਿ ਉਹ ਪਰਮੇਸ਼ਰ ਵਾਹਿਗੁਰੂ ਤੱਕ ਪਹੁੰਚ ਸਕੇ। ਅਗੋਚਰ, ਅਗੋਚਰ ਗੋ ਨਾਮ ਇੰਦਰੀਆਂ ਦਾ ਹੁੰਦਾ, ਚਰ ਨਾਮ ਚਰਨ ਦਾ। ਅਗੋਚਰੋ, ਇਹ ਜੋ ਇੰਦਰੀਆਂ ਹਨ ਸਾਡੀਆਂ, ਇਹਨਾਂ ਦੀ ਪਕੜ ਵਿੱਚ ਆਉਣ ਵਾਲਾ ਵੀ ਉਹ ਨਹੀਂ ਹੈ। ਇਹਨਾਂ ਇੰਦਰੀਆਂ ਦੇ ਗੋਚਰ ਵੀ ਨਹੀਂ ਹੈ। ਜਿਵੇਂ ਕਿਹਾ ਜਾਂਦਾ ਨਾ ਵੀ ਆਹ ਕੰਮ ਮੇਰੇ ਗੋਚਰਾ ਨਹੀਂ ਹੈ, ਇਹ ਕੰਮ ਤੇਰੇ ਗੋਚਰਾ ਹੈ। ਇਹ ਅੱਖਰ ਆਮ ਆਪਣੀ ਬੋਲੀ 'ਚ ਵਰਤਿਆ ਜਾਂਦਾ। ਅਗੋਚਰ ਤੋਂ ਭਾਵ ਹੈ ਵੀ ਇਹ ਇੰਦਰੀਆਂ ਜਿਸ ਵਾਹਿਗੁਰੂ ਤੱਕ ਨਹੀਂ ਪਹੁੰਚ ਸਕਦੀਆਂ, ਇਹ ਉਹਨੂੰ ਨਹੀਂ ਫੜ ਸਕਦੀਆਂ। ਆ ਅੱਖਾਂ ਸਾਡੀਆਂ, ਕੰਨ, ਰਸਨਾ, ਮਹਾਰਾਜ ਨੇ ਤਾਂ ਹੀ ਆਖਿਆ ਨਾ, ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਸੰਤੋ ਮਾਂ ਫਿਰੀ। ਉਹ ਅੱਖਾਂ ਹੋਰ ਵਾ ਜਿਹੜੀਆਂ ਉਹਦੇ ਤੀਕ ਪਹੁੰਚਦੀਆਂ, ਜਿਹੜੀਆਂ ਉਹਦਾ ਦਰਸ਼ਨ ਕਰਦੀਆਂ। ਉਹ ਕੋਈ ਸ਼ਰਧਾ ਤੇ ਵਿਸ਼ਵਾਸ ਵਾਲੀਆਂ ਅੱਖਾਂ, ਕੋਈ ਭਾਵਨਾ ਤੇ ਭਰੋਸੇ ਵਾਲੀਆਂ ਅੱਖਾਂ, ਉਹ ਅੱਖਾਂ ਗੁਰੂ ਸਾਹਿਬ ਦੇ ਪਾਸੋਂ ਮਿਲਦੀਆਂ। ਮਹਾਰਾਜ ਸਾਹਿਬ ਜੀ
ਇਹਨਾਂ ਅੱਖਾਂ ਦੇ ਵਿੱਚ ਹੀ ਆਪਣਾ ਨਾਮ ਅੰਮ੍ਰਿਤ ਪਾ ਕਰਕੇ ਅੰਮ੍ਰਿਤ ਦੇ ਛੱਟੇ ਤਾਂ ਹੀ ਮਾਰੇ ਜਾਂਦੇ ਆ ਵੀ ਇਹ ਅੱਖਾਂ ਜਿਹੜੀਆਂ ਵਾ ਤਬਦੀਲ ਹੋ ਕਰਕੇ ਉਸ ਵਾਹਿਗੁਰੂ ਨੂੰ ਵੇਖਣ ਵਾਲੀਆਂ ਬਣ ਜਾਣ। ਸੀਸ ਵਿੱਚ ਅੰਮ੍ਰਿਤ ਪਾਇਆ ਜਾਂਦਾ ਹੈ, ਮੁਖ ਵਿੱਚ ਅੰਮ੍ਰਿਤ ਪਾਇਆ ਜਾਂਦਾ ਹੈ। ਤਾਂ ਹੀ ਆਖਿਆ ਨਾ ਦੂਸਰਾ ਜਨਮ ਹੁੰਦਾ ਹੈ। ਸਤਿਗੁਰ ਕਹੇ ਜਨਮੇ ਗਮਨ ਮਿਟਾਇਆ, ਦੂਜਾ ਜਨਮ। ਆ ਸੰਸਾਰੀ ਜਨਮ ਦੁਆਰਾ ਨਹੀਂ, ਜਦੋਂ ਗੁਰੂ ਘਰ ਵਿੱਚ ਜਨਮ ਹੋਇਆ, ਜਦੋਂ ਗੁਰੂ ਦਾ ਸਿੱਖ ਬਣਿਆ, ਗੁਰੂ ਦਾ ਸਿੰਘ ਬਣਿਆ, ਫਿਰ ਗੁਰੂ ਸਾਹਿਬ ਦੇ ਪਾਸੋਂ ਉਹ ਸਾਰੀ ਸਮਰੱਥਾ ਮਿਲੀ ਇਹਨੂੰ ਵਾਹਿਗੁਰੂ ਨੂੰ ਵੇਖਣ ਵਾਲੀ। ਅੱਖਾਂ ਤਬਦੀਲ ਹੋ ਗਈਆਂ, ਕੰਨ ਤਬਦੀਲ ਹੋ ਗਏ, ਰਸਨਾ ਤਬਦੀਲ ਹੋ ਗਈ, ਸਾਰਾ ਕੁਝ ਬਦਲ ਗਿਆ। ਸਰੀਰ ਉਹੀ ਰਹਿੰਦਾ, ਤਸਵੀਰ ਬਦਲ ਜਾਂਦੀ ਹੈ। ਵੇਖਣ ਦਾ, ਸੁਣਨ ਦਾ, ਬੋਲਣ ਦਾ ਸਭ ਕੁਝ ਤਬਦੀਲੀ ਹੁੰਦੀ ਹੈ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਉਦਮ ਸਰੂਪ ਹੈ, ਮਨ ਦੀ ਗਮਤਾ ਤੋਂ ਪਰੇ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਚਰਨ ਕਮਲ ਨਮਸਕਾਰ। ਇਹ ਜੀਵ ਉਸ ਵਾਹਿਗੁਰੂ ਪਰਮੇਸ਼ਰ ਦੇ ਸੋਹਣੇ ਚਰਨਾਂ ਕਮਲਾਂ ਉੱਤੇ ਨਮਸਕਾਰ ਕਰ, ਮੱਥਾ ਟੇਕ, ਹੱਥ ਜੋੜ ਕੇ ਸੀਸ ਝੁਕਾ ਕੇ ਵਾਹਿਗੁਰੂ ਨੂੰ ਨਮਸਕਾਰ ਕਰ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਡੀ ਨਮਸਕਾਰ ਉਸ ਵਾਹਿਗੁਰੂ ਨੂੰ ਹੈ ਜਿਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਾਰੀ ਸ੍ਰਿਸ਼ਟੀ ਨੂੰ ਪ੍ਰਜਾ ਆਖਿਆ ਹੈ, ਪ੍ਰਜਾ। ਇਹ ਸ੍ਰਿਸ਼ਟੀ ਪ੍ਰਜਾ ਹੈ, ਵਾਹਿਗੁਰੂ ਇਹਦਾ ਰਾਜਾ ਹੈ, ਇਹ ਰਾਜੇ ਦੀ ਪ੍ਰਜਾ ਹੈ। ਉਹ ਰਾਜਾ ਸਾਰਿਆਂ ਤੋਂ ਵੱਡਾ ਰਾਜਾ ਹੈ। ਸਾਰਿਆਂ ਤੋਂ ਵੱਡਾ ਰਾਜਾ ਕਿਉਂ ਹੈ? ਕਿਉਂਕਿ ਉਹਨੂੰ ਕਿਸੇ ਨੇ ਰਾਜ ਭਾਗ ਦਿੱਤਾ ਨਹੀਂ ਹੈ। ਉਹ ਆਪ ਤਾਂ ਦਿੰਦਾ ਰਾਜ ਭਾਗ ਦੂਜਿਆਂ ਨੂੰ, ਪਰ ਆਪ ਉਹਨੂੰ ਕਿਸੇ ਨੇ ਰਾਜਾ ਨਹੀਂ ਬਣਾਇਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਆਪ ਆਪਣੇ ਆਪ ਤੋਂ ਹੈ, ਆਪਣੇ ਰਾਜ ਸਿੰਘਾਸਨ ਦਾ ਮਾਲਕ ਉਹ ਆਪ ਹੈ। ਉਹਨੂੰ ਕਿਸੇ ਨੇ ਰਾਜ ਨਹੀਂ ਦਿੱਤਾ। ਬਾਕੀਆਂ ਨੂੰ ਉਹ ਰਾਜ ਦੇ ਵੀ ਦਿੰਦਾ ਤੇ ਰਾਜ ਲੈ ਵੀ ਲੈਂਦਾ ਹੈ। तो ऐसा वो परमेश्वर इसे करके आख्या तुम हो सब राजन के राजा, आपे आप गरीब नवाजा। राजन के राजा, महाराजन के महाराजा, ऐसो राज छोड़ और दूजा कौन त्याई है। मारे कहते उस वाहिगुरू परमेश्वर के चरना कमलों ते नमस्कार कर। इसे तरह दूसरा भाव है उद्दम अगम अगोचरो चरण कमल नमस्कार। जो मन की गमता तो परे है, इंद्रियां की पकड़ तो अपहुंच है, उस वाहिगुरू के चरना कमलों ते नमस्कार कर ते हे जीव उद्दम कर उसकी प्राप्ति का। जो परमेश्वर वाहिगुरू ऐसा है उसकी प्राप्ति का उद्दम कर, क्योंकि उद्दम तो बिना ते साध संगत जी पदार्थ भी नहीं मिलता है। उद्दम तो बिना ते कोई संसारी कार्य भी नहीं हुंदा है। जे बंदा आखे कि मैं बैठा ही रवां घरे, उद्दम तो बिना ते रोटी भी नहीं मुख विच पैंदी, मुर्गी भी ते तोड़ के पाउणी पैंदी है। प्रशादा छकना ते उहदे वास्ते भी पहलों प्रशादा पकाउणा पैना। माइयां भैणां बीबियां उद्दम करके सारा चौंके चुੱਲ੍ਹੇ ਦਾ ਕਾਰਜ करदियां। जे कहो भी प्रशादा नहीं पकाउणा ते प्रशादा अपने आप ते पक नहीं जाना ते अपने आप मूँह च पै नहीं जाना। प्रशादे वास्ते भी, रोटी वास्ते भी उद्दम करना पैंदा। ते जिन्ना भी आ धंधा है, कोई खेती दा है, कोई नौकरी है, कोई व्यापार है, वो सारा रोटी दा ही है। वो उद्दम करके पदार्थ प्राप्त किया जाता। जे उद्दम ना करे तो पदार्थ भी हथ विच नहीं आउंदा। ते महाराज कहंदे जे धंधे वास्ते उद्दम करदा है तो धर्म वास्ते भी तो उद्दम करना ही पैना। जे पदार्थ वास्ते उद्दम करदा है, किन्ने किन्ने घंटे करदा है, समय नाल जाना, कहंदा भी ड्यूटी तो लेट ना हो जावां, कार्रवाई हो जाएगी जे लेट हो गया तो समय नाल पहुंचना पैना। पर धर्म दे समय की गल ही कोई नहीं है। खेती करनी वो भी समय दे नाल बीजनी पैंदी, समय नाल पानी देना पैंदा, समय नाल उहदी निगरानी रखनी पैंदी है, कख कान कढना पैंदा है, समय नाल उहनूं वढना पैंदा, साਂਭਣਾ पैंदा, फिर किते उहदे चों प्राप्ति हुंदी है, वो पदार्थ घरे आउंदा है। हर एक काम उद्दम नाल। ते जदों धर्म की गल आउंदी महाराज कहंदे उदों क्यों आलसी बनदा।
ਉਂਝ ਮਨੁੱਖ ਦਾ ਸੁਭਾਅ ਹੈ। ਬਾਕੀ ਸਾਰੇ ਸੰਸਾਰੀ ਕਾਰਜ ਜਿਹੜਾ ਇਹ ਕਰਦਾ ਉਦਮ ਦੇ ਨਾਲ ਕਰਦਾ ਹੈ। ਤੇ ਜਦੋਂ ਧਰਮ ਦੀ ਗੱਲ ਆਉਂਦੀ ਹੈ ਤੇ ਫਿਰ ਕਹਿੰਦਾ ਕੋਈ ਨਹੀਂ, ਆਪੇ ਵਾਹਿਗੁਰੂ ਕਿਰਪਾ ਕਰੇਗਾ। ਫਿਰ ਕਹਿੰਦਾ ਹੈ ਵੀ ਆਪੇ। ਇਹ ਬਾਕੀ ਕਿਉਂ ਨਹੀਂ ਥਾਵਾਂ ਤੇ ਇਹ ਗੱਲ ਵਰਤੀ ਜਾਂਦੀ? ਜਦੋਂ ਸਿੱਖੀ ਦੀ ਗੱਲ ਆਉਂਦੀ, ਭਾਈ ਆਪਾਂ ਗੁਰਬਾਣੀ ਪੜ੍ਹ ਲਈਏ, ਗੁਰਬਾਣੀ ਦੀ ਸੰਥਿਆ ਕਰ ਲਈਏ, ਬੱਚਿਆਂ ਨੂੰ ਆਪਣਿਆਂ ਨੂੰ ਸੰਥਿਆ ਕਰਾਈਏ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਕਰਾਈਏ ਬੱਚਿਆਂ ਨੂੰ। ਕਹਿੰਦੇ ਜੀ ਆਪੇ ਮਹਾਰਾਜ ਕਿਰਪਾ ਕਰੇਗਾ, ਆਪੇ ਸਿੱਖੀ ਨਾਲ ਜੁੜ ਜਾਣਗੇ, ਆਪੇ ਬਾਣੀ ਪੜ੍ਹ ਲੈਣਗੇ। ਪਰ ਮਹਾਰਾਜ ਸਾਹਿਬ ਨੇ ਆਖਿਆ ਭਾਈ ਇਸ ਤਰ੍ਹਾਂ ਨਹੀਂ। ਹਾਂ, ਕਿਰਪਾ ਤੇ ਵਾਹਿਗੁਰੂ ਨੇ ਆਪੇ ਹੀ ਕਰਨੀ ਆ, ਪਰ ਤੂੰ ਅਰਦਾਸ ਤਾਂ ਕਰ। ਅਰਦਾਸ ਕਰਕੇ ਤੁਰ ਤਾਂ ਸਹੀ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਜੇ ਧਰਮ ਦੀ ਗੱਲ ਆਉਂਦੀ ਹੈ ਤੇ ਉਦਮ ਨਹੀਂ ਕਰਦਾ, ਫਿਰ ਆਲਸ ਕਰਦਾ ਹੈ। ਬੁਰਿਆਈ ਕਰਨੀ ਹੋਵੇ ਤੇ ਸ਼ੇਰ ਬਣ ਜਾਣਾ ਹੈ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਨਾਨਕ ਅੱਜ ਕੱਲ ਆਪਸੀ ਗਾਫਲ ਫਾਹੀ ਪੇਰ। ਬੁਰਾ ਕੰਮ ਕਰਨਾ ਹੋਵੇ ਤੇ ਮਹਾਰਾਜ ਕਹਿੰਦੇ ਝੱਟ ਉੱਠ ਖਲੋਣਾ ਹੈ, ਤੇ ਨਾਮ ਵੇਲੇ ਆਲਸ ਕਰ ਦੇਣਾ। ਬੁਰੇ ਕਾਮ ਕਾ ਉੱਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਫਿਰ ਆਲਸ। ਤੇ ਜੇ ਇਹੀ ਗੱਲ ਵਿਚਾਰੀਏ ਕਿ ਆਪੇ ਸਭ ਕੁਝ ਵਾਹਿਗੁਰੂ ਕਿਰਪਾ ਕਰੇਗਾ, ਤੇ ਫਿਰ ਬੱਚਿਆਂ ਦੇ ਨਾਂ ਦਾਖਲ ਨਹੀਂ ਕਰਾਉਣੇ ਚਾਹੀਦੇ ਸਕੂਲ ਦੇ ਵਿੱਚ, ਵੀ ਆਪੇ ਨਾਂ ਦਾਖਲ ਹੋ ਜਾਣਗੇ, ਐਡਮਿਸ਼ਨ ਆਪੇ ਹੋ ਜਾਣਗੀਆਂ। ਫਿਰ ਉਹਨਾਂ ਨੂੰ ਕਿਤਾਬਾਂ ਨਹੀਂ ਲੈ ਕੇ ਦੇਣੀਆਂ ਚਾਹੀਦੀਆਂ, ਵਰਦੀਆਂ ਨਹੀਂ ਲੈ ਕੇ ਦੇਣੀਆਂ ਚਾਹੀਦੀਆਂ। ਉਹਨਾਂ ਨੂੰ ਸਮੇਂ ਨਾਲ ਤਿਆਰ ਕਰਕੇ ਬੱਸ ਵਿੱਚ ਚੜਾ ਕੇ ਸਕੂਲੇ ਨਹੀਂ ਭੇਜਣਾ ਚਾਹੀਦਾ, ਵੀ ਆਪੇ ਕਲਾਸ ਹੋ ਜਾਵੇਗੀ ਪੂਰੀ। ਜੇ ਸੰਸਾਰੀ ਪੜ੍ਹਾਈ ਵਾਸਤੇ ਤਾਂ ਇੰਨਾ ਉਦਮ ਕੀਤਾ ਜਾਂਦਾ, ਤੇ ਜਦੋਂ ਬਾਣੀ ਦੀ ਗੱਲ ਆਉਂਦੀ ਹੈ, ਧਰਮ ਦੀ ਗੱਲ ਆਉਂਦੀ ਹੈ, ਫਿਰ ਕਹਿੰਦੇ ਵੀ ਆਪੇ ਸਿੱਖੀ ਆ ਜਾਵੇਗੀ, ਆਪੇ ਪ੍ਰਾਪਤੀ ਹੋ ਜਾਵੇਗੀ। ਜੇ ਉਹ ਇੱਕ ਇੱਕ ਕਲਾਸ ਕਰਕੇ ਪੜ੍ਹਨੀ ਪੈਂਦੀ ਹੈ, ਇੰਨੇ ਸਾਲ, ਕਿੰਨੇ ਸਾਲ ਬੰਦਾ ਸੰਸਾਰੀ ਪੜ੍ਹਾਈ ਵਾਸਤੇ ਲਾਉਂਦਾ ਹੈ। ਜ਼ਿੰਦਗੀ ਦਾ ਤੀਜਾ ਹਿੱਸਾ ਤੇ ਲੱਗ ਹੀ ਜਾਂਦਾ ਨਾ। 18-20 ਸਾਲ ਤੇ ਪੜ੍ਹਦਾ ਹੀ ਆ ਬੰਦਾ ਸਕੂਲਾਂ ਦੇ ਵਿੱਚ। ਫਿਰ ਸਕੂਲੋਂ ਆ ਕੇ ਫਿਰ ਟਿਊਸ਼ਨਾਂ ਤੇ ਜਾ ਕੇ ਪੜ੍ਹਦਾ ਹੈ। ਤੇ ਗੁਰਬਾਣੀ ਵਾਲੇ ਪਾਸੇ ਧਿਆਨ ਦੇਣਾ ਤੇ ਇਧਰ ਅਵੇਸਲਾ ਪਾਉਣਾ, ਇਧਰ ਰੋਜ਼ ਦਾ 1 ਘੰਟਾ ਵੀ ਨਹੀਂ ਕੱਢਦਾ। ਫਿਰ ਇਸ ਕਰਕੇ ਧਰਮ ਨੂੰ ਇਹਨੇ ਪਿੱਛੇ ਰੱਖਿਆ ਹੋਇਆ। ਮਹਾਰਾਜ ਕਹਿੰਦੇ ਉਦਮ ਕਰਿਆ ਕਰ ਭਾਈ। ਉਦਮ ਦੇ ਨਾਲ ਤੇ ਕੋਈ ਕੰਮ ਨਹੀਂ ਹੁੰਦਾ ਉਦਮ ਤੋਂ ਬਿਨਾਂ। ਕਿਸੇ ਗੁਰਮੁਖ ਦਾ ਬੋਲ ਆ, ਉਹ ਕਹਿੰਦਾ ਉਦਮ ਦੇ ਸੰਬੰਧ ਵਿੱਚ, ਕਹਿੰਦਾ ਵੀ ਉਦਮ ਅੱਗੇ ਲక్ష్ਮੀ। ਜਿਹੜਾ ਉਦਮ ਕਰਦਾ ਵਾ, ਸੰਸਾਰੀ ਦੌਲਤ ਵੀ ਉਹਨੂੰ ਮਿਲਦੀ ਹੈ। ਉਦਮ ਅੱਗੇ ਲక్ష్ਮੀ, ਪੱਖੇ ਅੱਗੇ ਪਾਉਣ। ਜਿਵੇਂ ਕਹਿੰਦੇ ਪੱਖੇ ਦੇ ਅੱਗੇ ਹਵਾ ਭੱਜਦੀ ਹੈ ਨਾ, ਉਦਮ ਅੱਗੇ ਲక్ష్ਮੀ ਇਸ ਤਰ੍ਹਾਂ ਆਉਂਦੀ। ਪੱਖਾ ਚੱਲਦਾ ਤੇ ਉਹਦੇ ਅੱਗੇ ਹਵਾ, ਉਦਮ ਦੇ ਅੱਗੇ ਲక్ష్ਮੀ। ਉਦਮ ਅੱਗੇ ਲక్ష్ਮੀ, ਪੱਖੇ ਅੱਗੇ ਪਾਉਣ। ਜਿੱਥੇ ਦਲਿੱਦਰ ਆਵਸੇ ਉੱਥੇ ਸੁਖੀਆ ਕੌਣ। ਜਿੱਥੇ ਦਲਿੱਦਰ ਆਵਸੇ ਉੱਥੇ ਸੁੱਖ ਕਿੱਥੇ ਹੈ। ਸੰਸਾਰੀ ਕੰਮ ਵੀ ਉਦਮ ਨਾਲ ਕੀਤੇ ਜਾਂਦੇ ਆ, ਤੇ ਨਿਰੰਕਾਰ ਦੀ ਪ੍ਰਾਪਤੀ ਦੇ ਵਿੱਚ ਵੀ ਮਹਾਰਾਜ ਕਹਿੰਦੇ ਉਦਮ ਕਰ। ਉਦਮ ਕਰੇਂਦਿਆਂ ਜੀਓ ਤੂੰ ਕਮਾਮਦਿਆਂ ਸੁਖ ਪੁੰਚ। ਧਿਆਏ ਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਇਸ਼ਨਾਨ ਅੰਮ੍ਰਿਤ ਵੇਲੇ ਕਰਨਾ ਤੇ ਉਦਮ ਕਰਨਾ ਪਵੇਗਾ ਨਾ। ਜੇ ਆਖੇ ਨਹੀਂ ਉੱਠਣਾ ਨਹੀਂ, ਇਸ਼ਨਾਨ ਆਪੇ ਕਿਵੇਂ ਹੋ ਜਾਵੇਗਾ। ਰਜਾਈ ਛੱਡਣੀ ਪੈਣੀ, ਮੰਜਾ ਛੱਡਣਾ ਪੈਣਾ, ਤੇ ਫਿਰ ਇਸ਼ਨਾਨ ਪਾਣੀ ਕੋਲੇ ਜਾਣਾ ਪੈਣਾ, ਇਸ਼ਨਾਨ ਕਰਨਾ ਉਦਮ ਹੈ। ਫਿਰ ਉਦਮ ਕਰਕੇ ਨਿਤਨੇਮ ਕਰਨਾ ਪੈਣਾ, ਗੁਟਕਾ ਸਾਹਿਬ ਪੜ੍ਹੇਗਾ ਤਾਂ ਹੀ 5 ਬਾਣੀਆਂ ਪੜ੍ਹੇਗਾ। ਫਿਰ ਗੁਰੂ ਕੇ ਦਰਬਾਰ ਵਿੱਚ ਚੱਲ ਕੇ ਆਵੇਗਾ, ਸੰਗਤ ਵਿੱਚ ਮਹਾਰਾਜ ਦੇ ਦਰਸ਼ਨ ਕਰੇਗਾ। ਤਾਂ ਉਹ ਗੁਰਮੁਖ ਕਹਿੰਦਾ ਜਿੱਥੇ ਦਲਿੱਦਰ ਆ ਵਸੇ ਉੱਥੇ ਸੁਖੀਆ ਕੌਣ। ਉਦਮੀ ਚੀਰਨ ਪਰਬਤਾਂ, ਨਹਿਰਾਂ ਵਾਗ ਖਲੋਣ, ਤੇ ਦਲਿੱਦਰੀ ਘਰ ਦੀ ਗਾਂ ਦਾ ਦੁੱਧ ਕਦੇ ਨਾ ਚੋਣ। ਕਿਸੇ ਗੁਰਮੁਖ ਦੇ ਬੋਲ ਆ ਬੜੇ ਚੰਗੇ ਉਦਮ ਦੇ ਸੰਬੰਧ ਵਿੱਚ। ਉਹ ਕਹਿੰਦਾ ਉਦਮ ਵਾਲਿਆਂ ਨੇ ਪਹਾੜ ਵੀ ਚੀਰ ਦਿੱਤੇ। ਜਿਨ੍ਹਾਂ ਨੇ ਉਦਮ ਕੀਤਾ ਉਹਨਾਂ ਨੇ ਪਹਾੜ ਚੀਰ ਕੇ ਵਿੱਚ ਦੀ ਨਹਿਰਾਂ ਬਣਾ ਦਿੱਤੀਆਂ, ਤੇ ਨਹਿਰਾਂ ਵੀ ਵਗ ਖਲੋਤੀਆਂ। ਉਦਮੀ ਚੀਰਨ ਪਰਬਤਾਂ, ਨਹਿਰਾਂ ਵਗ ਖਲੋਣ, ਤੇ ਦਲਿੱਦਰੀ ਘਰ ਦੀ ਗਾਂ ਦਾ ਦੁੱਧ ਕਦੇ ਨਾ ਚੋਣ। ਤੇ ਦਲਿੱਦਰ ਕਰਨ ਵਾਲਾ ਇੱਕ ਦੂਜੇ ਨੂੰ ਕਹਿੰਦਾ, ਉਹ ਕਹਿੰਦਾ ਤੂੰ ਧਾਰ ਕੱਢ ਲਾ, ਉਹ ਦੂਜੇ ਨੂੰ ਕਹਿੰਦਾ ਤੂੰ ਕੱਢ ਲਾ। ਉਹਨੇ ਚਿਰ ਨੂੰ ਸਮਾਂ ਲੰਘ ਗਿਆ।
ਤੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਵੀ ਉਦਮ ਕਰੋ ਭਾਈ, ਵਾਹਿਗੁਰੂ ਦੀ ਪ੍ਰਾਪਤੀ ਦਾ ਵੀ ਉਦਮ ਕਰੋ। ਧੰਦੇ ਵਾਸਤੇ ਤੇ ਸਾਰੀ ਜ਼ਿੰਦਗੀ ਉਦਮ ਕੀਤਾ, ਧਰਮ ਵਾਸਤੇ ਵੀ ਉਦਮ ਕਰ। ਤੋ ਗਰੀਬ ਨਵਾਜ ਸਾਹਿਬ ਜੀ ਫਰਮਾਉਂਦੇ ਆ, ਉਦਮ ਅਗਮ ਅਗੋਚਰੋ ਚਰਨ ਕਮਲ ਨਮਸਕਾਰ। ਉਦਮ ਕਰੋ ਜੋ ਮਨ ਦੀ ਗਮਤਾ ਤੋਂ ਪਰੇ ਹੈ, ਗੋਚਰ ਹੈ, ਉਸ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਤੇ ਨਮਸਕਾਰ ਕਰੋ। ਕਥਨੀ ਸਾ ਤੁਧ ਭਾਵਸੀ। ਕਥਨੀ ਤੋਂ ਭਾਵ ਹੈ ਕਥਾ, ਸਾ ਉਹ, ਤੁਧ ਮੈਨੇ ਆਪ ਜੀ ਨੂੰ, ਵਾਹਿਗੁਰੂ ਜੀ ਆਪ ਜੀ ਨੂੰ ਭਾਵਸੀ ਭਾਉਂਦੀ ਹੈ। ਉਹ ਕਥਾ ਕੀਤੀ ਹੋਈ ਆਪ ਜੀ ਨੂੰ ਚੰਗੀ ਲੱਗਦੀ ਹੈ। ਨਾਨਕ ਨਾਮ ਆਧਾਰ। ਜਿਸ ਕਥਾ ਦੇ ਵਿੱਚ ਨਾਮ ਦਾ ਆਧਾਰ ਹੈ, ਜਿਸ ਕਥਾ ਵਿੱਚ ਨਾਮ ਦਾ ਆਸਰਾ ਹੈ, ਉਹ ਕਥਾ ਵਾਹਿਗੁਰੂ ਆਪ ਜੀ ਨੂੰ ਭਾਉਂਦੀ ਹੈ। ਅਥਵਾ ਜਿਹੜਾ ਕਥਾ ਕਰਨ ਵਾਲਾ ਹੈ, ਜੇ ਉਹਨੂੰ ਨਾਮ ਦਾ ਆਸਰਾ ਹੈ, ਉਹਦੀ ਕੀਤੀ ਹੋਈ ਕਥਾ ਜਿਹੜੀ ਉਹ ਆਪ ਜੀ ਨੂੰ ਚੰਗੀ ਲੱਗਦੀ ਹੈ। ਤੇ ਜਿਸ ਨੂੰ ਨਾਮ ਦਾ ਆਸਰਾ ਨਹੀਂ ਹੈ, ਉਹਦੀ ਕਥਾ ਆਪ ਜੀ ਨੂੰ ਵੀ ਚੰਗੀ ਨਹੀਂ ਲੱਗਦੀ, ਉਹ ਕਥਾ ਵੀ ਆਪ ਜੀ ਨੂੰ ਭਾਉਂਦੀ ਨਹੀਂ ਹੈ, ਉਹ ਫਿਰ ਕਥਾ ਨਹੀਂ ਹੈ। ਮਹਾਰਾਜ ਕਹਿੰਦੇ ਉਹ ਕਥਾ ਨਹੀਂ। ਕਥਾ ਜਿਸ ਵਿੱਚ ਨਾਮ ਦਾ ਆਸਰਾ ਹੈ, ਜੋ ਕਥਾ ਕਰਨ ਵਾਲੇ ਨੇ ਆਪ ਜੀ ਦੇ ਨਾਮ ਦਾ ਆਧਾਰ ਲਿਆ ਹੈ, ਨਾਮ ਦਾ ਆਸਰਾ ਲਿਆ ਹੈ, ਤਾਂ ਉਹੀ ਕਥਾ ਜਿਹੜੀ ਹੈ ਆਪ ਜੀ ਨੂੰ ਭਾਉਂਦੀ ਹੈ। ਸੰਤ ਸਰਣ ਸਾਜਨ ਪਰਹੋ। ਮਹਾਰਾਜ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਬਚਨ ਕਰਦੇ ਹਨ ਕਿ ਸੰਤ ਸਰਣ ਸਾਜਣ ਪਰਹੋ। ਹੇ ਸੱਜਣੋ, ਹੇ ਸੰਤ ਜਣੋ, ਉਸ ਪਰਮੇਸ਼ਰ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪੈਣਾ ਕਰੋ। ਸੁਆਮੀ ਸਿਮਰ ਅਨੰਤ। ਉਸ ਸੁਆਮੀ ਦਾ ਸਿਮਰਨ ਕਰੋ ਜਿਹੜਾ ਸੁਆਮੀ ਅਨੰਤ ਹੈ, ਜਿਸ ਦਾ ਅੰਤ ਨਹੀਂ ਆਉਂਦਾ। ਜਿੰਨੀਆਂ ਮਰਜ਼ੀ ਸਿਫਤਾਂ ਕਰੀ ਜਾਈਏ, ਉਹਦੀਆਂ ਸਿਫਤਾਂ ਬੇਅੰਤ ਵਾ। ਕਹਿਣ ਵਾਲੇ ਦਾ ਅੰਤ ਹੋ ਜਾਂਦਾ, ਕਹਿਣ ਵਾਲੇ ਦੇ ਅੱਖਰ ਮੁੱਕ ਜਾਂਦੇ ਆ, ਪਰ ਸਿਫਤਾਂ ਦਾ ਅੰਤ ਨਹੀਂ ਆਉਂਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਕਿਸੇ ਪਾਸਿਓਂ ਵੀ ਵਾਹਿਗੁਰੂ ਦਾ ਅੰਤ ਨਹੀਂ ਹੈ। ਨਾ ਉਹਦੀ ਰਚੀ ਹੋਈ ਸ੍ਰਿਸ਼ਟੀ ਦਾ ਅੰਤ ਹੈ, ਨਾ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਅੰਤ ਹੈ। ਕੋਈ ਗਿਣ ਸਕਦਾ ਸਾਰੀਆਂ ਦਾਤਾਂ ਨੂੰ? ਕੋਈ ਗਿਣ ਸਕਦਾ ਉਹਦੀ ਰਚਨਾ ਨੂੰ? ਕਿੰਨੇ ਉਹਨੇ ਖੰਡ ਬ੍ਰਹਿਮੰਡ ਪੈਦਾ ਕੀਤੇ, ਕਿੰਨੀਆਂ ਧਰਤੀਆਂ, ਕਿੰਨੇ ਪਤਾਲ, ਕਿੰਨੇ ਆਕਾਸ਼, ਕਿੰਨੇ ਜੀਵ ਜੰਤੂ। ਆ ਇੱਕ ਧਰਤੀ ਦੇ ਉੱਤੇ ਹੀ ਕਿੰਨਾ ਕੁਝ ਬਣਾ ਦਿੱਤਾ, ਇਹ ਗਿਣਿਆ ਹੀ ਨਹੀਂ ਜਾਂਦਾ। ਇੱਕ ਧਰਤੀ ਕਿਹੜੀ ਸਾਰੀ ਵੇਖੀ ਜਾਂਦੀ ਹੈ? ਉਹਦਾ ਇੱਕ ਪਾਸਾ, ਇੱਕ ਕੋਨੇ ਤੇ ਅਸੀਂ ਹਾਂ, ਤੇ ਬਾਕੀ ਕਿੱਡੀ ਵੱਡੀ ਇਹ ਧਰਤੀ ਹੈ। ਕਿੰਨੇ ਇਹਦੇ ਵਿੱਚ ਦੇਸ਼ ਆ, ਕਿੰਨੇ ਸੂਬੇ ਆ, ਕਿੰਨੇ ਜ਼ਿਲ੍ਹੇ ਆ, ਕਿੰਨੇ ਪਿੰਡ ਵਾ, ਕਿੰਨੇ ਜਨਤਾ ਵਸਦੀ ਆ, ਕਿੰਨੀਆਂ ਜੂਨਾਂ ਹਨ, ਕਿੱਡੀ ਵੱਡੀ ਰਚਨਾ ਹੈ, ਕੋਈ ਅੰਤ ਹੈ ਹੀ ਨਹੀਂ। ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਕੇ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਏ ਵੱਡੇ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਜੇ ਵੱਡੇ ਆਪ ਜਾਣੈ ਆਪ ਆਪ। ਜਿੱਡਾ ਵੱਡਾ ਆਪ ਹੈ, ਆਪਣੇ ਆਪੇ ਨੂੰ ਆਪ ਹੀ ਜਾਣਦਾ ਹੈ। ਤੇ ਜਿਸ ਉੱਤੇ ਆਪਣੀ ਨਜ਼ਰ ਕਰਦਾ ਏ, ਉਸ ਨੂੰ ਫਿਰ ਇਹ ਦਾਤ ਪ੍ਰਾਪਤ ਹੁੰਦੀ, ਨਾਮ ਦੀ ਦਾਤ। ਜੇ ਵੱਡੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਹ ਸੁਆਮੀ ਜੋ ਮਾਲਕ ਹੈ, ਉਹਦਾ ਸਿਮਰਨ ਕਰੋ ਜੋ ਅਨੰਤ ਹੈ। ਅਥਵਾ ਦੂਸਰਾ ਭਾਵ ਹੈ, ਜਿਹੜੇ ਸੰਤ ਜਨ ਉਸ ਸੁਆਮੀ ਦੀ ਸ਼ਰਨ ਵਿੱਚ ਪਏ ਹੋਏ ਆ, ਜਿਹੜੇ ਸੰਤ ਉਸ ਅਨੰਤ ਨਾਲ ਜੁੜੇ ਹੋਏ ਹਨ, ਉਸ ਅਨੰਤ ਦਾ ਰੂਪ ਹੋ ਗਏ। ਸੰਤ ਅਨੰਤ ਹੈ ਅੰਤਰ ਨਾਹੀ। ਉਹਨਾਂ ਸੰਤ ਜਨਾਂ ਦੀ ਸ਼ਰਨ ਵਿੱਚ ਵੀ ਪੈਣਾ ਕਰੋ ਭਾਈ। ਜਿੱਥੇ ਗੁਰੂ ਕੀ ਸ਼ਰਨ ਦਾ ਜ਼ਿਕਰ ਹੈ, ਗੁਰੂ ਕੇ ਚਰਨ ਧੂੜੀ ਦਾ ਜ਼ਿਕਰ ਹੈ, ਉੱਥੇ ਗੁਰਸਿੱਖਾਂ ਦੀ ਚਰਨ ਧੂੜੀ ਦਾ ਵੀ ਜ਼ਿਕਰ ਹੈ। ਸੰਤ ਜਿਹੜਾ ਅਨੰਤ ਨਾਲ ਜੁੜਿਆ ਹੋਇਆ, ਸੰਤ ਅਨੰਤ ਹੈ ਅੰਤਰ ਨਾਹੀ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ,
ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਤਾਂ ਮਹਾਰਾਜ ਕਹਿੰਦੇ ਐਸੇ ਜਿਹੜੇ ਸੰਤ ਜਨ ਹਨ, ਸੰਤ ਸਰਨ ਸਾਜਣ ਪਰੋ। ਇਹ ਸੱਜਣੋ, ਉਹਨਾਂ ਸੰਤ ਜਨਾਂ ਦੀ ਸ਼ਰਣੀ ਪਰੋ। ਸੰਤ ਸਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਉਹ ਪ੍ਰਭੂ ਦੇ ਪਿਆਰਿਆਂ ਨਾਲ ਮਿਲ ਕਰਕੇ, ਸੰਤ ਜਨਾਂ ਮਿਲ ਹਰੀ ਦਾ ਜਸ ਗਾਓ। ਉਹਨਾਂ ਨਾਲ ਮਿਲ ਕਰਕੇ ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਸੁਆਮੀ ਸਿਮਰ ਅਨੰਤ। ਜਿਹੜੇ ਸੰਤ ਜਨ ਸੁਆਮੀ ਦਾ ਸਿਮਰਨ ਕਰਦੇ, ਅਨੰਤ ਨਾਲ ਜੁੜੇ ਹੋਏ ਆ, ਤੁਸੀਂ ਵੀ ਉਹਨਾਂ ਨਾਲ ਮਿਲ ਕਰਕੇ ਅਨੰਤ ਪਰਮੇਸ਼ਰ ਵਾਹਿਗੁਰੂ ਜੀ ਦਾ ਸਿਮਰਨ ਕਰੋ। ਸੁਕੇ ਤੇ ਹਰਿਆ ਥੀਆ। ਮਹਾਰਾਜ ਕਹਿੰਦੇ ਜਿਹੜਾ ਸੰਤ ਸਰਨ ਵਿੱਚ ਮਿਲ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਨਾ, ਉਹ ਜੀਵ ਸੁੱਕੇ ਤੋਂ ਹਰਿਆ ਹੋ ਗਿਆ। ਥੀਆ ਤੋਂ ਭਾਵ ਹੈ ਹੋ ਗਿਆ। ਹਰੀ ਪਰਮੇਸ਼ਰ ਵਾਹਿਗੁਰੂ ਜੀ ਨੇ ਉਸ ਸੁੱਕੇ ਹੋਏ ਜੀਵ ਨੂੰ ਹਰਿਆ ਭਰਿਆ ਕਰ ਦਿੱਤਾ। ਸੁੱਕੇ ਤੋਂ ਕੀ ਭਾਵ ਹੈ ਕਿ ਅੰਦਰੋਂ ਸ਼ੁਭ ਗੁਣ ਸੁੱਕ ਗਏ, ਨਾਮ ਦੀ ਤਰਾਵਤ ਸੁੱਕ ਗਈ, ਨਾਮ ਨਾਲੋਂ ਟੁੱਟ ਗਿਆ ਜੀਵ। ਜਿਵੇਂ ਕਿਸੇ ਦਰਖਤ ਦੀ ਜੜ ਕੱਟੀ ਜਾਵੇ, ਉਹ ਸੁੱਕ ਜਾਂਦਾ। ਜਿਵੇਂ ਫਸਲ ਨੂੰ ਪਾਣੀ ਨਾ ਮਿਲੇ ਤੇ ਉਹ ਸੁੱਕ ਜਾਂਦੀ ਹੈ, ਬਨਸਪਤੀ ਨੂੰ ਪਾਣੀ ਨਾ ਮਿਲੇ ਤੇ ਉਹ ਸੁੱਕ ਜਾਂਦੀ ਹੈ, ਕੁਮਲਾ ਜਾਂਦੀ ਹੈ। ਜਲ ਬਿਨ ਸਾਖ ਕੁਮਲਾਵਤੀ, ਉਪਜਹਿ ਨਾਹੀ ਦਾਮ। ਇਸੇ ਤਰ੍ਹਾਂ ਜੀਵ ਨੂੰ ਸਤ ਸੰਗਤ ਨਾ ਮਿਲੇ, ਨਾਮ ਨਾ ਮਿਲੇ, ਤੇ ਇਹਦੇ ਅੰਦਰੋਂ ਸ਼ੁਭ ਗੁਣ ਸੁੱਕ ਜਾਂਦੇ। ਇਹ ਨਾਮ ਵਾਲੇ ਪਾਸਿਓਂ ਸੁੱਕ ਜਾਂਦਾ ਹੈ, ਖੁਸ਼ਕ ਹੋ ਜਾਂਦਾ ਹੈ, ਕਠੋਰ ਹੋ ਜਾਂਦਾ ਹੈ। ਇਹ ਫਿਰ ਨਾਸਤਿਕ ਬਣ ਜਾਂਦਾ ਹੈ। ਤਾਂ ਐਸਾ ਜਿਹੜਾ ਸੁੱਕਿਆ ਹੋਇਆ ਮਨ ਹੈ, ਇਹ ਫਿਰ ਸੁੱਕੇ ਹੋਏ ਮਨ ਨੂੰ ਮਹਾਰਾਜ ਸਾਹਿਬ ਹਰਿਆ ਭਰਿਆ ਕਰ ਦਿੰਦੇ। ਨਾਮ ਦਾ ਜਲ ਪ੍ਰਾਪਤ ਹੁੰਦਾ ਹੈ। ਨਾਮ ਅੰਮ੍ਰਿਤ ਜਦੋਂ ਮਿਲਦਾ ਹੈ, ਫਿਰ ਸੁੱਕੇ ਹੋਏ ਜੀਵ ਨੂੰ ਹਰਿਆ ਭਰਿਆ ਕਰ ਦਿੱਤਾ। ਸੂਕੇ ਕਾਸ਼ਟ ਹਰਿਆ। ਮਹਾਰਾਜ ਸਾਹਿਬ ਜੀ ਤਾਂ ਸੁੱਕੀਆਂ ਲੱਕੜਾਂ ਨੂੰ ਹਰੇ ਭਰੇ ਕਰ ਦਿੰਦੇ। ਤਾਂ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਨੇ ਸੁੱਕੇ ਹਿਰਦੇ ਨੂੰ ਹਰਿਆ ਭਰਿਆ ਕਰ ਦਿੱਤਾ। ਪਰ ਹੋਇਆ ਕਦੋਂ? ਨਾਨਕ ਜਪ ਭਗਵੰਤ। ਜਦੋਂ ਸਤ ਸੰਗਤ ਵਿੱਚ ਮਿਲ ਕਰਕੇ ਭਗਵੰਤ ਨੂੰ ਜਪਿਆ ਨਾ, ਪਰਮੇਸ਼ਰ ਨੂੰ ਜਪਿਆ, ਵਾਹਿਗੁਰੂ ਜੀ ਨੂੰ ਜਪਿਆ, ਤੇ ਫਿਰ ਇਹ ਸੁੱਕਾ ਹੋਇਆ ਜੀਵ, ਸੁੱਕਾ ਹੋਇਆ ਹਿਰਦਾ ਹਰਿਆ ਭਰਿਆ ਹੋ ਗਿਆ। ਸ਼ੁਭ ਗੁਣਾਂ ਦੀਆਂ ਪੰਖੜੀਆਂ ਨਿਕਲ ਆਈਆਂ, ਸ਼ੁਭ ਗੁਣਾਂ ਦੀਆਂ ਨਵੀਆਂ ਕੁਰੰਬਲੀਆਂ ਨਿਕਲ ਆਈਆਂ। ਫਿਰ ਬਸੰਤ ਰੁੱਤ ਆ ਗਈ ਇਸ ਜੀਵ ਦੇ ਉੱਤੇ। ਜਿਵੇਂ ਸਰੋਂ ਦੇ ਫੁੱਲ ਖਿੜੇ ਹੋਏ ਆ, ਫਿਰ ਇਸ ਤਰ੍ਹਾਂ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਇਹ ਖੇੜੇ ਦੇ ਸਹਿਤ ਹੋ ਗਿਆ, ਮਨ ਖਿੜਿਆ ਹਰਿਆ ਬਾਗ ਹੋ ਗਿਆ। ਸ਼ੰਤ ਸ਼ੰਤ ਦੇ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਆ। 6 ਤੁਕਾਂ ਦਾ ਸ਼ੰਤ ਹੁੰਦਾ ਹੈ। 6 ਪੰਕਤੀਆਂ ਵਿੱਚ ਬਖਸ਼ਿਸ਼ ਕਰਨਗੇ। ਰੁੱਤ ਸਰਸ ਬਸੰਤ ਮਾਹ। ਮਹਾਰਾਜ ਕਹਿੰਦੇ ਰੁੱਤ ਜਿਹੜੀ ਹੈ ਨਾ, ਸਰਸ ਸਹਿਤ ਦੇ ਰਸ, ਸਹਿਤ ਰਸ ਦੇ ਹੈ, ਰਸ ਵਾਲੀ ਹੈ। ਕਿਹੜੀ ਰੁੱਤ? ਬਸੰਤ ਮਾਹ। ਜਿਸ ਰੁੱਤ ਵਿੱਚ ਬਸੰਤ ਹੈ, ਭਾਵ ਬਸੰਤ ਵਾਲੀ ਰੁੱਤ। ਤੇ ਬਸੰਤ ਰੁੱਤ ਰਸ ਵਾਲੀ ਰੁੱਤ ਹੈ, ਖੇੜੇ ਵਾਲੀ ਰੁੱਤ ਹੈ। ਜਿਸ ਵੇਲੇ ਸਾਰੀ ਬਨਸਪਤੀ ਦੇ ਵਿੱਚ ਰਸ ਪੈਦਾ ਹੋ ਰਿਹਾ, ਖੇੜਾ ਪੈਦਾ ਹੋ ਰਿਹਾ ਹੈ, ਨਵੇਂ ਨਵੀਆਂ ਕੁਰੰਬਲੀਆਂ ਨਿਕਲ ਰਹੀਆਂ ਹਨ, ਨਵੇਂ ਪੱਤੇ ਨਿਕਲ ਰਹੇ, ਨਵੇਂ ਫੁੱਲ ਖਿੜ ਰਹੇ ਹਨ। ਇਹ ਜਿਹੜੀ ਰੁੱਤ ਹੈ ਨਾ ਬਸੰਤ ਵਾਲੀ, ਇਹ ਰਸ ਦੇ ਸਹਿਤ ਹੈ। ਸਰਸ ਬਸੰਤ ਮਾਹ। ਇਸ ਬਸੰਤ ਰੁੱਤ ਦੇ ਮਾਹ ਨਾਮ ਦਾ ਨਾਮ ਹੈ ਵਿੱਚ ਦਾ। ਬਸੰਤ ਰੁੱਤ ਦੇ ਵਿੱਚ ਕਿਹੜੇ ਕਿਹੜੇ ਮਹੀਨੇ ਹਨ, ਉਹ ਮਹਾਰਾਜ ਦੱਸ ਰਹੇ ਹਨ। ਚੇਤ ਵੈਸਾਖ ਸੁਖ ਮਾਸ ਜੀਓ। ਇਹ ਬਸੰਤ ਦੀ ਜੋ ਰੁੱਤ ਹੈ, ਇਸ ਦੇ ਵਿੱਚ ਚੇਤ ਦਾ ਮਹੀਨਾ ਤੇ ਵੈਸਾਖ ਦਾ ਮਹੀਨਾ। ਇਹ ਚੇਤ ਤੇ ਵੈਸਾਖ ਦਾ ਮਹੀਨਾ ਸੁਖ ਮਾਸ, ਮਾਸ ਨਾਮ ਮਹੀਨੇ ਦਾ,
ਇਹ ਸੁੱਖ ਵਾਲੇ ਮਹੀਨੇ ਹਨ ਜੀਓ। ਭਾਵ ਕਿ ਇਹ ਇਸ ਤਰ੍ਹਾਂ ਦੀ ਰੁੱਤ ਹੈ ਜਿਸ ਦੇ ਵਿੱਚ ਖੇੜਾ ਹੈ, ਜਿਸ ਦੇ ਵਿੱਚ ਨਾ ਬਹੁਤੀ ਠੰਡ ਹੈ ਤੇ ਨਾ ਗਰਮੀ ਹੈ। ਚੇਤ ਵੈਸਾਖ ਸੁਖ ਮਾਸ ਜੀਓ। ਫਿਰ ਮਹਾਰਾਜ ਸਾਹਿਬ ਜੀ ਅੰਤਰੀਵ ਭਾਵ ਐਸਾ ਗੁਰਮੁਖਾਂ ਨੇ ਕਥਨ ਕੀਤਾ ਹੈ ਕਿ ਰੁੱਤ ਉਹ ਅਵਸਥਾ ਸਾਡੇ ਜੀਵਨ ਦੀ ਰਸ ਵਾਲੀ ਅਵਸਥਾ ਹੈ ਜਿਸ ਵੇਲੇ ਸਾਡੇ ਹਿਰਦੇ ਦੇ ਵਿੱਚ ਬਸੰਤ ਵਸ ਜਾਵੇ ਪਰਮੇਸ਼ਰ ਵਾਹਿਗੁਰੂ ਜੋ ਰਸਾਂ ਦਾ ਖਜ਼ਾਨਾ ਹੈ। ਤੇ ਇਹ ਚੇਤ ਭਾਈ ਚੇਤੇ ਕਰੀਏ ਉਸ ਪਰਮੇਸ਼ਰ ਵਾਹਿਗੁਰੂ ਜੀ ਨੂੰ। ਵੈ ਸਾਖ ਵੈ ਜੋ ਉਹ ਪਰਮੇਸ਼ਰ ਸਾਖੀ ਰੂਪ ਹੈ, ਸਾਨੂੰ ਜਾਣਨ ਵਾਲਾ ਹੈ। ਤੇ ਸੁਖ ਮਾਸ ਜੀਓ। ਫਿਰ ਜਿਹੜਾ ਇਹ ਮਾਸ ਦਾ ਬਣਿਆ ਹੋਇਆ ਸਾਡਾ ਸਰੀਰ ਹੈ ਨਾ, ਇਹ ਫਿਰ ਸੁਖੀ ਹੋ ਜਾਵੇਗਾ ਜਦੋਂ ਉਸ ਪਰਮੇਸ਼ਰ ਨੂੰ ਅਸੀਂ ਚੇਤੇ ਕਰਾਂਗੇ। ਬਸੰਤ ਰੁੱਤ ਦੇ ਵਿੱਚ ਮਹਾਰਾਜ ਕਹਿੰਦੇ ਚੇਤ ਤੇ ਵੈਸਾਖ ਦਾ ਮਹੀਨਾ ਇਹ ਸੁਖ ਵਾਲਾ ਹੈ ਜਦੋਂ ਉਸ ਵਾਹਿਗੁਰੂ ਜੀ ਦੇ ਨਾਲ ਜੁੜੀਏ। ਚੇਤ ਗੋਵਿੰਦ ਅਰਾਧਿਐ ਹੋਵੈ ਆਨੰਦ ਘਣਾ। ਪਰ ਚੇਤ ਤੇ ਵੈਸਾਖ ਦਾ ਮਹੀਨਾ ਵੀ ਤਾਂ ਹੀ ਸੁਖ ਵਾਲਾ ਬਣੇਗਾ ਜੇ ਗੋਬਿੰਦ ਦੀ ਅਰਾਧਨਾ ਕਰਾਂਗੇ, ਤਾਂ ਆਨੰਦ ਘਣਾ ਹੋਵੇਗਾ। ਤੇ ਅਰਾਧੀਏ ਕਿੱਥੇ? ਮਹਾਰਾਜ ਕਹਿੰਦੇ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ। ਜਿਨ੍ਹਾਂ ਨੇ ਫਿਰ ਇਸ ਮਹੀਨੇ ਦੇ ਵਿੱਚ, ਕਿਉਂਕਿ ਮਹੀਨੇ ਤੇ ਆਉਂਦੇ ਆ ਤੇ ਜਾਂਦੇ, ਰੁੱਤਾਂ ਆਉਂਦੀਆਂ ਜਾਂਦੀਆਂ, ਇਹ ਤਾਂ ਚੱਲਦਾ ਰਹਿਣਾ। ਜਿਉਂ ਸੰਸਾਰ ਪੈਦਾ ਹੋਇਆ ਉਦੋਂ ਤੋਂ ਕਿੰਨੇ ਮਹੀਨੇ ਗੁਜ਼ਰ ਗਏ, ਕਿੰਨੀਆਂ ਰੁੱਤਾਂ ਲੰਘ ਗਈਆਂ। ਪਰ ਗੱਲ ਤੇ ਇਹ ਆ ਵੀ ਬਸੰਤ ਸਾਡੇ ਅੰਦਰ ਵੀ ਆਵੇ, ਸਾਡੇ ਹਿਰਦੇ ਵਿੱਚ ਵੀ ਖੇੜਾ ਆਵੇ ਨਾਮ ਦਾ। ਬਸੰਤ ਬਾਹਰ ਤੇ ਆਉਂਦੀ ਹੈ, ਬਾਹਰ ਤਾਂ ਹਰ ਸਾਲ ਫੁੱਲ ਖਿੜਦੇ ਆ, ਬਨਸਪਤੀ ਖਿੜਦੀ ਆ, ਨਵੀਂ ਬਹਾਰ ਆਉਂਦੀ ਆ। ਪਰ ਮਹਾਰਾਜ ਕਹਿੰਦੇ ਅੰਦਰ ਵੀ ਤਾਂ ਆਵੇ ਨਾ। ਉਹ ਤਾਂ ਆਵੇਗੀ ਜਦੋਂ ਚੇਤੇ ਕਰਾਂਗੇ। ਚੇਤ ਗੋਵਿੰਦ ਆਰਾਧਿਐ ਹੋਵੇ ਆਨੰਦ ਘਣਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ। ਉਹ ਗਿਣਤੀ ਵਿੱਚ ਆ ਗਏ ਜਿਨ੍ਹਾਂ ਨੇ ਆਪਣੇ ਪ੍ਰਭੂ ਦੀ ਪ੍ਰਾਪਤੀ ਕੀਤੀ ਮਨੁੱਖਾ ਜਨਮ ਦੇ ਵਿੱਚ। ਇੱਕ ਖਿਨ ਇਸ ਬਿਨ ਜੀਵਣਾ ਬਿਰਥਾ ਜਨਮ ਜਣਾ। ਇੱਕ ਖਿਨ ਵੀ ਵਾਹਿਗੁਰੂ ਤੋਂ ਭੁੱਲ ਕੇ ਉਹਦੇ ਤੋਂ ਬਿਨਾਂ ਜਿਹੜਾ ਜ਼ਿੰਦਗੀ ਦਾ ਜਿਉਣਾ ਹੈ, ਮਹਾਰਾਜ ਕਹਿੰਦੇ ਜਾਣੋ ਵਿਅਰਥ ਹੈ। ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਉਹ ਪਰਮੇਸ਼ਰ ਕੈਸਾ ਹੈ? ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ। ਸਾਰੇ ਪਾਸੇ ਵਿਆਪਕ ਹੋ ਰਿਹਾ ਹੈ, ਵਣਾ ਜੰਗਲਾਂ ਵਿੱਚ, ਧਰਤੀ ਆਕਾਸ਼ ਵਿੱਚ, ਜਲਾਂ ਥਲਾਂ ਵਿੱਚ। ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ। ਜਿਹੜਾ ਸਾਰੇ ਥਾਂ ਤੇ ਵਸਿਆ ਹੋਇਆ, ਜੇ ਸਾਡੇ ਚਿੱਤ ਵਿੱਚ ਚੇਤੇ ਨਾ ਆਇਆ ਤੇ ਫਿਰ ਕਿੱਡਾ ਵੱਡਾ ਦੁੱਖ ਪ੍ਰਾਪਤ ਹੋਵੇਗਾ ਵਿਛੋੜੇ ਦਾ। ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਜਿਨ੍ਹਾਂ ਨੇ ਉਸ ਪ੍ਰਭੂ ਨੂੰ ਰਾਵਿਆ ਹੈ ਨਾ, ਮਾਣਿਆ ਹੈ, ਰਾਵਿਆ ਉਚਾਰਿਆ ਹੈ, ਉਹਦਾ ਜਸ ਕੀਤਾ ਹੈ, ਉਹਦੇ ਮਿਲਾਪ ਨੂੰ ਮਾਣਿਆ ਹੈ, ਮਹਾਰਾਜ ਕਹਿੰਦੇ ਉਹਨਾਂ ਦੇ ਤੇ ਮਣਾ ਮੂੰਹ ਹੀ ਵੱਡੇ ਭਾਗ, ਉਹ ਵੱਡੇ ਭਾਗਾਂ ਵਾਲੇ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਸਾਡਾ ਵੀ ਮਨ ਲੋਚਦਾ ਉਸ ਵਾਹਿਗੁਰੂ ਦੇ ਦਰਸ਼ਨਾਂ ਨੂੰ। ਸਾਡੇ ਮਨ ਨੂੰ ਵੀ ਪਿਆਸ ਲੱਗੀ ਹੋਈ ਹੈ, ਤੇ ਲੱਗੀ ਹੋਈ ਪ੍ਰਭੂ ਦੇ ਦਰਸ਼ਨਾਂ ਦੀ। ਪਾਣੀ ਦੀ ਪਿਆਸ ਨਹੀਂ ਆਖਿਆ, ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਆਖਿਆ। ਪਾਣੀ ਦੀ ਪਿਆਸ ਤਾਂ ਸਾਨੂੰ ਰੋਜ਼ ਲੱਗਦੀ ਹੈ, ਕਈ ਵਾਰੀ ਲੱਗਦੀ ਹੈ। ਰੋਟੀ ਦੀ ਭੁੱਖ ਕਈ ਵਾਰੀ ਲੱਗਦੀ ਹੈ ਦਿਹਾੜੀ ਵਿੱਚ। ਪਰ ਮਹਾਰਾਜ ਕਹਿੰਦੇ ਨਾਮ ਦੀ ਭੁੱਖ ਲੱਗ ਜਾਵੇ, ਵਾਹਿਗੁਰੂ ਦੇ ਦਰਸ਼ਨਾਂ ਦੀ ਤੇਹ ਲੱਗ ਜਾਵੇ ਤੇ ਜੀਵਨ ਸਫਲ ਹੋ ਜਾਵੇ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਐ ਹੈ ਦੁਖ। ਤੇ ਮਨ ਵਿੱਚ ਦਰਸ਼ਨਾਂ ਦੀ ਤਾਂਘ ਪੈਦਾ ਹੋ ਜਾਵੇ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਿਕ ਕੀ ਨਿਆਈ। ਜਿਵੇਂ ਸਵਾਂਤੀ ਬੂੰਦ ਵਾਸਤੇ ਵਿਰਲਾਪ ਕਰਦਾ ਨਾ ਬਬੀਆ, ਇਸ ਤਰ੍ਹਾਂ ਸਾਡਾ ਮਨ ਵਾਹਿਗੁਰੂ ਦੇ ਦਰਸ਼ਨਾਂ ਵਾਸਤੇ ਵਿਰਲਾਪ ਕਰੇ। ਤਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ, ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਕੋਈ ਮਿਲਿਆ ਹੋਇਆ ਪ੍ਰਭੂ ਦੇ ਨਾਲ, ਸਾਨੂੰ ਵੀ ਉਸ ਵਾਹਿਗੁਰੂ ਨਾਲ ਮਿਲਾ ਦਵੇ। ਮੈਂ ਉਹਦੇ ਪੈਰੀਂ ਲੱਗ ਜਾਵਾਂ, ਉਹਦੇ ਚਰਨੀ ਲੱਗ ਜਾਵਾਂ। ਕੋਈ ਆਣ ਮਿਲਾਵੇ
ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪਹਿ ਆਪ ਵਿੱਚ ਆਈ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ ਦੀਜੈ ਪ੍ਰਾਣ ਅਕੋਰ। ਮੈਂ ਆਪਣੇ ਪ੍ਰਾਣਾਂ ਦੀ ਭੇਟਾਈ ਉਹਨਾਂ ਨੂੰ ਅਰਪਣ ਕਰ ਦੇਵਾਂ ਉਸ ਗੁਰਮੁਖ ਨੂੰ। ਰੁੱਤ ਸਰਸ ਬਸੰਤ ਮਾਹ, ਰਸ ਵਾਲੀ ਰੁੱਤ ਹੈ, ਬਸੰਤ ਹੈ ਜਿਸ ਵਿੱਚ ਚੇਤ ਵੈਸਾਖ ਸੁਖ ਮਾਸ ਜੀਓ। ਚੇਤ ਤੇ ਵੈਸਾਖ ਦੇ ਮਹੀਨੇ ਮਹਾਰਾਜ ਕਹਿੰਦੇ ਸੁਖ ਵਾਲੇ ਹਨ ਭਾਈ। ਪਰ ਇਹਨਾਂ ਮਹੀਨਿਆਂ ਦੇ ਵਿੱਚ ਅਗਲੀ ਪੰਕਤੀ 'ਚ ਦੱਸਦੇ ਹਨ ਕਿਹਨਾਂ ਨੂੰ ਭਾਈ ਖੇੜਾ ਆਇਆ ਹੈ, ਕਿਹੜੇ ਮੌਲੇ ਹਨ। ਹਰ ਜੀਉ ਨਾਹੋ ਮਿਲਿਆ, ਜਿਨ੍ਹਾਂ ਨੂੰ ਹਰੀ ਜੀਓ ਪਤੀ ਮਿਲ ਗਿਆ ਇਸ ਰੁੱਤ ਦੇ ਵਿੱਚ, ਚੇਤ ਵੈਸਾਖ ਦੇ ਵਿੱਚ। ਵੈਸਾਖ, ਚੇਤ ਤੇ ਵਿਸਾਖ ਦੇ ਮਹੀਨੇ ਵਿੱਚ ਉਹੀ ਬੂਟੇ ਹਰੇ ਭਰੇ ਹੁੰਦੇ ਆ, ਉਹੀ ਟਾਹਣੀਆਂ ਹਰੀਆਂ ਭਰੀਆਂ ਹੁੰਦੀਆਂ ਜਿਹੜੀਆਂ ਦਰਖਤ ਦੇ ਨਾਲ ਜੁੜੀਆਂ ਹੋਈਆਂ। ਤੇ ਜਿਹੜੀ ਟਾਹਣੀ ਜਾਂ ਟਾਹਣਾ ਵੱਢ ਦਿੱਤਾ ਦਰਖਤ ਦੇ ਨਾਲੋਂ, ਬਾਕੀ ਤੇ ਸਾਰਾ ਹਰਿਆ ਭਰਾ, ਜਿਹੜੀ ਵੱਡੀ ਟਾਹਣੀ ਉਹ ਕਿਵੇਂ ਹਰੀ ਹੋਵੇਗੀ? ਉਹ ਤਾਂ ਸੁੱਕ ਗਈ ਨਾ, ਕਿਉਂਕਿ ਉਹਦੀ ਸਾਂਝ ਹੀ ਨਹੀਂ ਰਹੀ ਦਰਖਤ ਦੇ ਨਾਲ। ਪਰਮੇਸ਼ਰ ਇੱਕ ਦਰਖਤ ਆ, ਅਸੀਂ ਜਿੰਨੇ ਅਸੀਂ ਟਾਹਣੀਆਂ ਵਾਂ ਸਾਰੇ ਜੀ। ਤੇ ਜਿਹੜਾ ਜੁੜਿਆ ਵਾ ਨਾ ਆਪਣੇ ਮੁੱਢ ਦੇ ਨਾਲ, ਤੂੰ ਪੇਟ ਸਾਖ ਤੇਰੀ ਫੂਲੀ, ਤੂੰ ਸੂਖਮ ਹੋਆ ਜਾਂ ਸਥੂਲੀ। ਜਿਹੜਾ ਜੁੜਿਆ ਹੋਇਆ ਨਾ ਆਪਣੇ ਦਰਖਤ ਦੇ ਨਾਲ, ਮੁੱਢ ਦੇ ਨਾਲ, ਉਹ ਹਰਿਆ ਭਰਿਆ ਹੋਵੇਗਾ। ਜਿਹਨੇ ਸਾਂਝ ਹੀ ਤੋੜ ਲਈ ਉਹ ਕਿਤਨਾ ਹਰਿਆ ਹੋਵੇਗਾ। ਵੈਸਾਖ ਧੀਰਨ ਕਿਉ ਵਾਢੀਆ, ਜਿਨ੍ਹਾਂ ਪ੍ਰੇਮ ਵਿਛੋਹ, ਜਿਹੜੀਆਂ ਵੱਡੀਆਂ ਗਈਆਂ ਨਾਲੋਂ ਦਰਖਤ ਦੇ, ਉਹ ਕਿਵੇਂ ਹਰੀਆਂ ਹੋਣਗੀਆਂ? ਜਿਹੜੇ ਜੀਵ ਵਿਛੜ ਗਏ, ਜਿਨ੍ਹਾਂ ਦੀ ਸਾਂਝ ਹੀ ਟੁੱਟ ਗਈ, ਮਹਾਰਾਜ ਕਹਿੰਦੇ ਉਹ ਕਿਵੇਂ ਧੀਰਜ ਕਰਨ, ਉਹ ਕਿਵੇਂ ਹਰੀਆਂ ਹੋਣਗੀਆਂ? ਉਹ ਹਰੀਆਂ ਨਹੀਂ ਹੋ ਸਕਦੀਆਂ। ਇਸ ਕਰਕੇ ਗਰੀਬ ਨਵਾਜ਼ ਸਾਹਿਬ ਜੀ ਕਹਿੰਦੇ ਹਰ ਜੀਓ ਨਾਹੋ ਮਿਲਿਆ। ਨਾਹੋ ਨਾਮ ਹੈ ਪਤੀ ਦਾ। ਹਰੀ ਜੀਓ ਪ੍ਰਮਾਤਮਾ ਜੀਓ, ਜਿਨ੍ਹਾਂ ਨੂੰ ਜੀਵ ਇਸਤਰੀਆਂ ਨੂੰ ਉਹ ਪਤੀ ਮਿਲਿਆ ਹੈ। ਮੌਲਿਆ ਮਨ ਤਨ ਸਾਸ ਜੀਓ, ਮੌਲਿਆ ਮਨ ਤਨ ਸਾਸ ਜੀਓ। ਮੌਲਿਆ ਖੇੜੇ ਦੇ ਸਹਿਤ ਹੋ ਗਿਆ। ਮੌਲਿਆ ਨਾਮ ਹੈ ਖੇੜੇ ਦਾ, ਹਰੇ ਭਰੇ ਹੋ ਗਿਆ। ਕੀ ਹਰਿਆ ਭਰਿਆ ਹੋਇਆ? ਮਨ ਵੀ ਹਰਿਆ ਹੋ ਗਿਆ, ਮਨ ਵੀ ਮੌਲ ਗਿਆ, ਤਨ ਸਰੀਰ ਵੀ ਹਰਿਆ ਭਰਿਆ ਹੋ ਗਿਆ। ਤੇ ਸਾਸ ਜੀ, ਉਹਨਾਂ ਦੇ ਸਵਾਸ ਵੀ ਸਾਧ ਸੰਗਤ ਜੀ ਪ੍ਰਫੁੱਲਤ ਹੋ ਗਏ, ਸਵਾਸ ਵੀ ਉਹਨਾਂ ਦੇ ਖੇੜੇ ਦੇ ਸਹਿਤ ਹੋ ਗਏ, ਭਾਵ ਸਵਾਸ ਵੀ ਸਫਲੇ ਹੋ ਗਏ। ਸਵਾਸਾਂ ਦੇ ਵਿੱਚ ਵੀ ਨਾਮ ਦੀ ਸੁਗੰਧੀ ਹੈ, ਮਨ ਵਿੱਚ ਵੀ ਨਾਮ ਵਸਿਆ, ਤੇ ਤਨ ਵੀ ਉਹਨਾਂ ਦਾ ਚੜ੍ਹਦੀ ਕਲਾ ਦੇ ਵਿੱਚ ਹੈ, ਗੁਰੂ ਕੀ ਦੱਸੀ ਹੋਈ ਰਹਿਤ ਮਰਿਆਦਾ ਦੇ ਵਿੱਚ, ਸ਼ੁਭ ਗੁਣਾਂ ਦੇ ਸਹਿਤ ਹੈ। ਉਹਨਾਂ ਦੀ ਕੰਚਨ ਵਰਗੀ ਦੇਹ ਵੀ ਖੇੜੇ ਦੇ ਸਹਿਤ ਹੋ ਗਏ, ਸਫਲਾ ਹੋ ਗਿਆ ਉਹਨਾਂ ਦਾ ਤਨ ਮਨ ਤੇ ਸਵਾਸ। ਜਦੋਂ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ, ਉਹਨਾਂ ਉੱਤੇ ਅਸਲ ਵਿੱਚ ਫਿਰ ਬਸੰਤ ਰੁੱਤ ਆ ਗਈ। ਉਹਨਾਂ ਨੂੰ ਫਿਰ ਉਹ ਮੌਲਿਆਂ ਹੋਇਆਂ ਨੂੰ, ਖਿੜਿਆਂ ਹੋਇਆਂ ਨੂੰ, ਸਾਰੀ ਰਚਨਾ ਹੀ ਖਿੜੀ ਹੋਈ ਦਿਸਦੀ ਆ। ਮੌਲੀ ਧਰਤੀ, ਮੌਲਿਆ ਆਕਾਸ਼, ਘਟ ਘਟ ਮੌਲਿਆ ਆਤਮ ਪ੍ਰਗਾਸ਼। ਕਿਉਂਕਿ ਉਹ ਆਤਮ ਪ੍ਰਕਾਸ਼ ਨਾਲ ਜੁੜ ਗਏ, ਉਹ ਆਪ ਖਿੜ ਗਏ, ਤੇ ਉਹਨਾਂ ਨੂੰ ਸਾਰਾ ਵਾਤਾਵਰਨ ਹੀ ਖੇੜੇ ਵਾਲਾ ਦਿਸਦਾ। ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜੁੜ ਗਏ, ਉਹਨਾਂ ਨੂੰ ਹਰ ਇੱਕ ਪਾਸੇ ਉਹ ਵਾਹਿਗੁਰੂ ਹੀ ਦਿਸਦਾ। ਜਿਵੇਂ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਜਿਹੜੇ ਆਪ ਖਿੜ ਗਏ, ਉਹਨਾਂ ਨੂੰ ਸਾਰਾ ਕੁਝ ਖਿੜਿਆ ਹੋਇਆ ਦਿਸਿਆ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਮੌਲਿਆ ਮਨ ਤਨ ਸਾਸ ਜੀਓ। ਉਹਨਾਂ ਦਾ ਮਨ ਵੀ, ਸਰੀਰ ਵੀ, ਸਵਾਸ ਵੀ ਖਿੜ ਗਏ, ਮੌਲ ਗਏ। ਉਹਨਾਂ ਦੇ ਉੱਤੇ ਬਸੰਤ ਰੁੱਤ ਆਈ ਹੈ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਬਨ ਫੂਲੇ ਮੰਝ ਬਾਰ ਮੈਂ ਫਿਰ ਘਰ ਬਾਹੁੜੈ। ਉਹ ਬੇਨਤੀਆਂ ਇਸ ਤਰ੍ਹਾਂ ਕਰਦੇ ਵੀ ਬਾਹਰੋਂ ਤੇ ਸਾਰੇ ਬਣ ਫੁੱਲੇ ਹੋਏ ਆ, ਬਨਸਪਤੀ ਖਿੜੀ ਹੋਈ ਆ, ਪਰ ਮੇਰਾ ਹਿਰਦਾ ਤੇ ਉਸ ਵੇਲੇ ਪ੍ਰਫੁੱਲਤ ਹੋਵੇਗਾ ਜਿਸ ਵੇਲੇ ਹਿਰਦੇ ਵਿੱਚ ਪ੍ਰਮਾਤਮਾ ਪਤੀ ਆ ਕੇ ਵਸੇਗਾ। ਬਨ ਫੂਲੇ ਮੰਝ ਬਾਰ ਮੈਂ ਫਿਰ ਘਰ ਬਾਹੁੜੈ, ਮੇਰੇ ਹਿਰਦੇ ਘਰ ਵਿੱਚ ਪ੍ਰਮਾਤਮਾ ਪਤੀ ਆਵੇ। ਤੇ ਜਦੋਂ ਵਾਹਿਗੁਰੂ ਜੀ ਆ ਕੇ ਮਿਲਦੇ ਆ, ਫਿਰ ਮਨ ਤਨ ਤੇ ਸਵਾਸ
ਖਿੜ ਜਾਂਦੇ ਹਨ, ਸਫਲੇ ਹੋ ਜਾਂਦੇ ਹਨ ਜੀਓ। ਕਾਰਨ ਆਹੋ ਨਿਰਜਲ ਅਨੰਦ ਸਖੀਏ। ਜਿਨ੍ਹਾਂ ਦੇ ਹਿਰਦੇ ਘਰ ਵਿੱਚ ਨਾ ਉਹ ਪਤੀ ਆ ਗਿਆ ਜੋ ਨਿਹਚਲ ਹੈ, ਅਚਲ ਹੈ, ਸਦਾ ਸਲਾਮਤ ਹੈ, ਇਹ ਸਖੀਏ ਸਹੇਲੀਏ, ਉਹ ਫਿਰ ਆਨੰਦ ਦੇ ਸਹਿਤ ਹੋ ਗਏ। ਉਹ ਜਗਿਆਸੂ, ਉਹ ਗੁਰਮੁਖ ਰੂਹਾਂ ਖੇੜੇ ਦੇ ਸਹਿਤ ਹੋ ਗਈਆਂ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਆ ਕਰਕੇ ਵਸੇ ਹਨ। ਚਰਨ ਕਮਲ ਪਰ ਫੁੱਲਿਆ। ਉਹ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਨਾਲ ਜੁੜ ਕਰਕੇ ਪ੍ਰਫੁੱਲਤ ਹੋ ਗਏ। ਉਹਨਾਂ ਦਾ ਮਨ ਤਨ ਸਾਰਾ ਪ੍ਰਫੁੱਲਿਆ, ਖੇੜੇ ਦੇ ਸਹਿਤ ਪ੍ਰਫੁੱਲਤ ਹੋ ਗਿਆ, ਭਲੀ ਪ੍ਰਕਾਰ ਖਿੜ ਗਿਆ। ਸੁੰਦਰ ਸੁਗੜ ਸੁਜਾਨ ਬੇਤਾ। ਮਹਾਰਾਜ ਕਹਿੰਦੇ ਉਹ ਪਰਮੇਸ਼ਰ ਕੈਸਾ ਹੈ? ਉਹ ਸੁੰਦਰ ਹੈ, ਸਾਰੀ ਸੁੰਦਰਤਾ ਦਾ ਮਾਲਕ ਹੈ। ਜਿੰਨੀ ਸੰਸਾਰ ਵਿੱਚ ਸੁੰਦਰਤਾ ਹੈ ਨਾ, ਭਾਵੇਂ ਉਹ ਮਨੁੱਖ ਦੇ ਉੱਤੇ ਹੈ, ਭਾਵੇਂ ਹੋਰ ਪਸ਼ੂਆਂ ਪੰਛੀਆਂ ਦੇ ਉੱਤੇ ਹੈ, ਭਾਵੇਂ ਬਨਸਪਤੀ ਦੇ ਉੱਤੇ ਹੈ, ਇਹ ਸਾਰੀ ਸੁੰਦਰਤਾ ਦਾ ਘਰ ਤੇ ਪ੍ਰਮਾਤਮਾ ਹੀ ਹੈ। ਸਾਰੀ ਸੁੰਦਰਤਾ ਉਹਦੇ ਪਾਸੋਂ ਹੀ ਆਉਂਦੀ ਹੈ, ਉਹ ਸੁੰਦਰਤਾ ਦਾ ਘਰ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹ ਸੁੰਦਰ ਹੈ। ਸੁਗੜ ਸ੍ਰੇਸ਼ਟ ਘਾੜਤਾਂ ਦੇ ਘੜਨ ਵਾਲਾ ਹੈ। ਸੁਜਾਨ ਜਾਨੀ ਜਾਨ ਅੰਤਰਜਾਮੀ ਹੈ। ਬੇਤਾ ਸਾਰੇ ਸ਼ਾਸਤਰਾਂ ਦਾ ਉਹ ਬੇਤਾ ਹੈ। ਜਿੰਨੇ ਵੇਦ ਸ਼ਾਸਤਰ ਆ ਉਹਦੇ ਵੱਲੋਂ ਹੀ ਆਏ ਹਨ। ਸਾਰਾ ਗਿਆਨ ਜਿੰਨਾ ਸੰਸਾਰ ਦੇ ਵਿੱਚ ਹੈ, ਸ੍ਰੇਸ਼ਟ ਗਿਆਨ, ਉੱਤਮ ਗਿਆਨ, ਧਰਮ ਗਿਆਨ, ਬ੍ਰਹਮ ਗਿਆਨ, ਉਹ ਸਾਰੇ ਨੂੰ ਦੇਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਹੈ। ਪੜ੍ਹਿਆ ਪੰਡਤ ਆਪ ਥੀਆ। ਸਭ ਤੋਂ ਵੱਡਾ ਪੰਡਤ ਕਹਿੰਦੇ ਵਿਦਵਾਨ ਨੂੰ। ਸਭ ਤੋਂ ਵੱਡਾ ਤਾਂ ਗਿਆਨਵਾਨ ਉਹ ਪਰਮੇਸ਼ਰ ਆਪ ਹੀ ਹੈ। ਸਭ ਤੱਤ ਦਾ ਬੇਤਾ ਤੇ ਉਹ ਆਪ ਹੀ ਹੈ। ਤੋ ਇਸ ਕਰਕੇ ਜਿੰਨਾ ਗਿਆਨ ਸੰਸਾਰ ਵਿੱਚ ਹੈ ਉਹ ਸਾਰਾ ਵਾਹਿਗੁਰੂ ਪਰਮੇਸ਼ਰ ਵੱਲੋਂ ਆ ਰਿਹਾ। ਜਿੰਨੀ ਸਮਝ ਹੈ ਉਹ ਸਾਰੀ ਵਾਹਿਗੁਰੂ ਵੱਲੋਂ ਆ ਰਹੀ ਹੈ। ਜਿੰਨੀ ਘਾੜਤ ਹੈ ਸੰਸਾਰ ਵਿੱਚ ਦਿਸ ਰਹੀ, ਸਾਰੀ ਉਸੇ ਨੇ ਘੜੀ ਹੈ। ਘੜਨਹਾਰੇ ਨੇ। ਜਿੰਨੀ ਸਿਰਜਣਾ ਹੋਈ ਹੈ ਉਹ ਸਿਰਜਣਹਾਰ ਨੇ ਸਿਰਜੀ ਹੈ। ਜਿੰਨੀ ਸੁੰਦਰਤਾ ਹੈ ਇਹ ਸਾਰੀ ਉਹ ਸੁੰਦਰ ਸਰੂਪ ਤੋਂ ਆ ਰਹੀ ਹੈ। ਉਹ ਸਭ ਤੋਂ ਵੱਡਾ, ਸਭ ਤੋਂ ਸੋਹਣਾ ਹੈ। ਘਾੜਤਾਂ ਨੂੰ ਘੜਨ ਵਾਲਾ, ਅੰਤਰਜਾਮੀ, ਜਾਣਨ ਵਾਲਾ ਹੈ। ਗੁਣ ਗੋਵਿੰਦ ਅਮੁੱਲਿਆ। ਫਿਰ ਉਹ ਗੋਵਿੰਦ ਹੈ ਤੇ ਉਸ ਗੋਵਿੰਦ ਦੇ ਜਿਹੜੇ ਗੁਣ ਹਨ ਉਹਨਾਂ ਦਾ ਕੋਈ ਮੁੱਲ ਨਹੀਂ ਦੱਸਿਆ ਜਾ ਸਕਦਾ। ਇੱਕ ਇੱਕ ਗੁਣ ਬੇਕੀਮਤੀ ਹੈ। ਗੁਣ ਗੋਵਿੰਦ ਅਮੁੱਲਿਆ, ਅਮੋਲਕ ਗੁਣਾਂ ਦਾ ਮਾਲਕ ਹੈ। ਅਮੁੱਲ ਗੁਣ, ਅਮੁੱਲ ਵਪਾਰ। ਉਸ ਵਾਹਿਗੁਰੂ ਜੀ ਦੇ ਅਮੋਲਕ ਹੀ ਗੁਣ ਹਨ। ਸਾਧ ਸੰਗਤ ਜੀ, ਸਤ, ਸੰਤੋਖ, ਦਇਆ, ਧਰਮ, ਧੀਰਜ, ਖਿਮਾ ਆਦਿਕ ਜਿੰਨੇ ਧਰਮ ਦੇ ਗੁਣ ਹਨ ਉਹਨਾਂ ਦਾ ਕੋਈ ਮੁੱਲ ਦੱਸਿਆ ਜਾ ਸਕਦਾ ਹੈ? ਉਹ ਅਮੋਲਕ ਗੁਣਾਂ ਦਾ ਮਾਲਕ ਵਾਹਿਗੁਰੂ ਹੈ। ਇਸੇ ਪ੍ਰਕਾਰ ਜਿਹੜੇ ਜੀਵ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੇ ਹਨ ਉਹ ਸੁੰਦਰ ਹੋ ਗਏ। ਸੁੰਦਰ ਹੋਣਾ ਕੀ ਹੈ? ਬਾਹਰਲੀ ਸੁੰਦਰਤਾ ਤੇ ਹੈ ਹੀ, ਉਹਨਾਂ ਦਾ ਹਿਰਦਾ ਸੁੰਦਰ ਹੋ ਗਿਆ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਉਹ ਸੁਗੜ ਹੋ ਗਏ, ਸ੍ਰੇਸ਼ਟ ਹੋ ਗਏ। ਉਹਨਾਂ ਦਾ ਜੀਵਨ ਘੜਿਆ ਗਿਆ, ਸੁਜਾਨ ਹੋ ਗਏ, ਉਹ ਸ੍ਰੇਸ਼ਟ ਸਮਝ ਵਾਲੇ ਹੋ ਗਏ, ਬੇਤਾ ਗਿਆਨਵਾਨ ਹੋ ਗਏ। ਗੋਬਿੰਦ ਪਰਮੇਸ਼ਰ ਦੇ ਗੁਣ ਗਾਏ ਤੇ ਗੋਬਿੰਦ ਪਰਮੇਸ਼ਰ ਦੇ ਗੁਣ ਉਹਨਾਂ ਦੇ ਵਿੱਚ ਆ ਵਸੇ। ਉਹਨਾਂ ਨੇ ਨਿਰਭਉ ਨੂੰ ਜਪਿਆ, ਉਹ ਆਪ ਨਿਰਭਉ ਹੋ ਗਏ। ਉਹਨਾਂ ਨੇ ਨਿਰਵੈਰ ਨੂੰ ਜਪਿਆ, ਗੁਰਮੁਖਾਂ ਨੇ। ਉਹਨਾਂ ਦਾ ਜੀਵਨ ਨਿਰਵੈਰਤਾਈ ਵਾਲਾ ਬਣ ਗਿਆ। ਕਿਸੇ ਨਾਲ ਵੈਰ ਨਹੀਂ ਕਰਦੇ। ਵੈਰ ਵਿਰੋਧ ਮਿਟਹਿ ਤੇ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ। ਉਹਨਾਂ ਦਾ ਹਿਰਦਾ ਐਸਾ ਹੋ ਗਿਆ, ਪਰਮੇਸ਼ਰ ਨੂੰ ਜਪਣਾ ਇਸੇ ਕਰਕੇ ਪਰਮੇਸ਼ਰ ਵਾਲੇ ਗੁਣ ਆ ਕੇ ਵਸ ਜਾਂਦੇ ਹਿਰਦੇ ਦੇ ਵਿੱਚ। ਨਿਰਭਉ ਨਿਰਵੈਰ ਬਣ ਗਏ, ਅਮੋਲਕ ਗੁਣਾਂ ਦੇ ਮਾਲਕ ਉਹ ਬਣ ਗਏ ਪਰਮੇਸ਼ਰ ਵਾਹਿਗੁਰੂ ਜੀ ਨੂੰ ਜਪ ਕਰਕੇ। ਵੱਡ ਭਾਗ ਪਾਇਆ ਦੁੱਖ ਗਵਾਇਆ। ਮਹਾਰਾਜ ਕਹਿੰਦੇ ਵੱਡ ਭਾਗੀਆਂ ਨੇ ਜਦੋਂ ਉਸ ਪ੍ਰਭੂ ਨੂੰ ਪ੍ਰਾਪਤ ਕੀਤਾ ਨਾ, ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਪ੍ਰਾਪਤੀ ਬਖਸ਼ਿਸ਼ ਕੀਤੀ ਤੇ ਫਿਰ ਜੀਵਾਂ ਦਾ ਦੁੱਖ ਗਵਾ ਦਿੱਤਾ। ਉਹ ਜੰਮਣ ਮਰਨ ਦਾ ਦੁੱਖ ਉਹਨਾਂ ਦਾ ਗਵਾ ਦਿੱਤਾ ਜਿਨ੍ਹਾਂ ਨੂੰ ਉਹ ਵਾਹਿਗੁਰੂ ਪ੍ਰਾਪਤ ਹੋਇਆ। ਭਈ ਪੂਰਨ ਆਸ ਜਿਉ। ਪ੍ਰਭੂ ਪ੍ਰਾਪਤੀ ਦੀ ਆਸ ਸੀ, ਉਹ ਆਸ ਪੂਰਨ ਹੋ ਗਈ। ਸਾਰੀਆਂ ਆਸਾਂ ਹੀ ਪੂਰੀਆਂ ਹੋ ਗਈਆਂ ਜੀਓ। ਬਿਨਵੰਤ ਨਾਨਕ ਸਰਣ ਤੇਰੀ। ਮਹਾਰਾਜ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਆ ਕਿ ਹੇ ਵਾਹਿਗੁਰੂ ਜੀ, ਅਸੀਂ ਆਪ ਜੀ ਦੀ ਸ਼ਰਨ ਵਿੱਚ ਹਾਂ, ਤੇਰੀ ਸਾਨੂੰ ਸ਼ਰਨ ਹੈ। ਮਿਟੀ ਜਮ ਕੀ ਤਰਾਸ ਜਿਉ। ਜਿਨ੍ਹਾਂ ਜਿਨ੍ਹਾਂ ਨੇ ਪ੍ਰਭੂ ਜੀ ਤੇਰੀ ਸ਼ਰਨ ਲਈ ਹੈ,
ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ, ਉਹਨਾਂ ਦੀ ਫਿਰ ਜਮਾਂ ਦੀ ਤਰਾਸ ਮਿਟ ਗਈ। ਤਰਾਸ ਨਾਮ ਹੈ ਡਰ ਦਾ, ਜਮਾਂ ਦਾ ਡਰ ਮਿਟ ਗਿਆ। ਕਿਉਂਕਿ ਪਰਮੇਸ਼ਰ ਵਾਹਿਗੁਰੂ ਦੇ ਪੈਦਾ ਕੀਤਾ ਹੀ ਧਰਮ ਰਾਜਾ ਹੈ ਤੇ ਵਾਹਿਗੁਰੂ ਦੇ ਪੈਦਾ ਕੀਤੇ ਜਮਦੂਤ ਆ। ਇਸ ਕਰਕੇ ਪਰਮੇਸ਼ਰ ਅੱਗੇ ਤੇ ਇਹ ਵੀ ਸਾਰੇ ਹੱਥ ਜੋੜ ਕੇ ਖਲੋਂਦੇ ਆ। ਧਰਮ ਰਾਜਾ ਵੀ ਉਹਦੇ ਅੱਗੇ ਹੱਥ ਜੋੜ ਕੇ ਗਾਵੇ ਰਾਜਾ ਧਰਮ ਦੁਆਰੇ, ਹੱਥ ਜੋੜ ਕੇ ਵਾਹਿਗੁਰੂ ਦਾ ਜਸ ਗਾਉਂਦਾ ਹੈ। ਉਹ ਤਾਂ ਪਰਮੇਸ਼ਰ ਦਾ ਤੇ ਉਹ ਵੀ ਨੌਕਰੀ ਹੈ। ਇਸ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦੀ ਸ਼ਰਨ ਲਈ ਉਹ ਕਹਿੰਦਾ ਵਾ ਜਮਦੂਤੋ ਇਹਨਾਂ ਹੱਲੇ ਨਾ ਵੇਖਿਓ ਝਾਕਿਓ, ਇਹਨਾਂ ਦਾ ਸੰਬੰਧ ਆਪਣੇ ਤੋਂ ਉੱਤੇ ਆ, ਇਹਨਾਂ ਦਾ ਸਿੱਧਾ ਤਾਂ ਸੰਬੰਧ ਵਾ, ਤੇ ਜਿਹਦਾ ਵੱਡੇ ਨਾਲ ਸੰਬੰਧ ਬਣ ਜਾਵੇ ਨਿੱਕਿਆ ਤੋਂ ਉਹਨੇ ਕੀ ਲੈਣਾ। ਇਸ ਕਰਕੇ ਜਮਦੂਤ ਫਿਰ ਜਮਦੂਤ ਮਿਲੇ ਤੇ ਭੇਟ ਸੇਵਕ ਨਿਤ ਹੋਈ, ਉਹ ਭੇਟਾ ਲੈ ਕੇ ਮਿਲਦੇ ਆ। ਧਰਮ ਰਾਜਾ ਵੀ ਉਹਨਾਂ ਨੂੰ ਨਮਸਕਾਰਾਂ ਕਰਦਾ ਹੈ। ਨਾਨਕ ਧਰਮੇ ਐਸੇ ਚਵਹਿ ਕੀਤੋ ਭਵਨ ਪੁਨੀਤ, ਕਿ ਤੁਸੀਂ ਤੇ ਭਵਨ ਹੀ ਪਵਿੱਤਰ ਕਰ ਦਿੱਤੇ। ਤੁਸੀਂ ਨਾਮ ਜਪਣ ਵਾਲੇ ਪਰਮੇਸ਼ਰ ਦੇ ਪਿਆਰੇ ਹੋ। ਨਾਮ ਧਿਆਇਨ ਸਾਜਣਾ ਜਨਮ ਪਦਾਰਥ ਜੀਤ, ਨਾਨਕ ਧਰਮੇ ਐਸੇ ਚਵਹਿ ਕੀਤੋ ਭਵਨ ਪੁਨੀਤ। ਪੰਜਵੇਂ ਪਾਤਸ਼ਾਹ ਦਾ ਸ਼ਲੋਕ ਆਪਾਂ ਪੜ੍ਹਦੇ ਹਾਂ ਕੀਰਤਨ ਸੋਹਲੇ ਤੋਂ ਪਹਿਲਾਂ ਰੱਖਿਆ ਦੇ ਸ਼ਬਦਾਂ ਵਿੱਚ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਹੁਣਾ ਹੋਣਾ ਤੂੰ ਨਹਿ ਛੁਟਹਿ ਨਿਕਟ ਨਾ ਜਾਈਹੁ ਦੂਤ। ਧਰਮ ਰਾਜਾ ਵੀ ਆਪਣੇ ਜਮਦੂਤਾਂ ਨੂੰ ਕਹਿੰਦਾ ਜਿੱਥੇ ਨਾਮ ਜਪਣ ਵਾਲੇ ਸਾਧੂ ਹੈ ਤੇ ਪ੍ਰਭੂ ਦੀ ਕੀਰਤੀ ਕਰਨ ਵਾਲੇ ਹਨ, ਉੱਥੇ ਨਾ ਜਮਦੂਤੋ ਜਾਇਓ, ਨਹੀਂ ਤੇ ਤੁਸੀਂ ਵੀ ਨਹੀਂ ਛੁੱਟਣਾ, ਮੈਂ ਵੀ ਨਹੀਂ ਛੁੱਟਣਾ ਤੇ ਜਮਪੁਰੀ ਵੀ ਨਹੀਂ ਛੁੱਟਣੀ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਹੁਣਾ ਹੋਣਾ ਤੂੰ ਨਹਿ ਛੁਟਹਿ ਨਿਕਟ ਨਾ ਜਾਈਹੁ ਦੂਤ। ਜਿਨ੍ਹਾਂ ਨੇ ਪ੍ਰਭੂ ਆਪ ਜੀ ਦੀ ਸ਼ਰਨ ਲਈ, ਉਹਨਾਂ ਦੀ ਜਮਾਂ ਦੀ ਸਾਰਾ ਜਮਾਂ ਦਾ ਡਰ, ਜਮਾਂ ਦਾ ਭੈ ਉਹਨਾਂ ਦਾ ਦੂਰ ਹੋ ਗਿਆ, ਮਿਟ ਗਿਆ। ਇਹ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਪਹਿਲੀ ਰੁੱਤ ਦਾ, ਬਸੰਤ ਰੁੱਤ ਦਾ ਕਥਨ ਕੀਤਾ ਹੈ। ਰੁੱਤੀ ਬਾਣੀ ਦੇ ਅੰਦਰ ਇਹ ਦੂਸਰੇ ਸ਼ੰਤ ਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਗੁਰੂ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੀ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਬੜ ਭਾਗ ਪਾਇਆ ਦੁਖ ਗਵਾਇਆ, ਭਈ ਪੂਰਨ ਆਸ ਜਿਉ। ਬਿਨਵੰਤ ਨਾਨਕ ਸਰਨ ਤੇਰੀ, ਮਿਟੀ ਜਮ ਕੀ ਤਰਾਸ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।